ਜੇ ਅਸੀਂ ਸ਼ੰਭੂ ਬਾਰਡਰ ਮੋਰਚੇ ਦੀ ਗੱਲ ਕਰੀਏ ਜਿਹਦੀ ਅਗਵਾਈ ਦੀਪ ਸਿੱਧੂ ਵੀਰ ਹੋਰਾਂ ਨੇ ਕੀਤੀ, ਇਸ ਮੋਰਚੇ ਦੇ ਵਿੱਚੋਂ ਕੁਝ ਨਿਕਲੇਗਾ। ਪਰ ਸਾਡੀ ਸੋਚ ਇਹ ਆ ਕਿ ਇਹ ਜਿਹੜੀ ਲੜਾਈ ਆ ਜਾਂ ਇਹ ਜਿਹੜਾ ਸੰਘਰਸ਼ ਆ ਇਹ ਉਹਦੇ ਬਹੁਤ ਅੱਗੇ ਤੱਕ ਜਾਂਦਾ ਹੈ। ਡਾਕਟਰ ਗਾਂਧੀ ਸੀ ਤੇ ਚਾਹੇ ਅਖੀਰਲਾ ਬਰਾੜਾ ਸੀ, ਸਭ ਨੇ ਵਿੱਚ ਖੁਦ ਮੁਖਤਾਰੀ ਦੀ ਗੱਲ ਕੀਤੀ। ਖੁਦ ਮੁਖਤਾਰੀ 'ਚ ਤੁਹਾਡਾ ਮੇਰਾ ਡਿਫਰੈਂਸ ਹੋ ਸਕਦਾ ਜੀ, ਖੁਦ ਮੁਖਤਾਰੀ ਦਾ ਮਤਲਬ ਕੀ ਆ, ਪਰ ਮੋਟਾ ਸਮਝ ਆ ਗਿਆ ਕਿ ਵੀ ਅਸੀਂ ਆਪਦੇ ਫੈਸਲੇ ਕਰਨ ਦਾ ਹੱਕ ਸਾਡੇ ਕੋਲੇ ਹੋਣਾ। ਇਹ ਮੋਰਚਾ ਨਿਕਲਿਆ ਤੇ ਕਿਸਾਨੀ ਦਾ ਜਿਹੜਾ ਕਾਨੂੰਨ ਪਾਸ ਹੋਇਆ ਆ, ਜਿਹੜੇ ਤਿੰਨ ਆਪਾਂ ਕਾਨੂੰਨਾਂ ਦੀ ਗੱਲ ਕਰਦੇ ਹਾਂ, ਬਿੱਲ ਤੋਂ ਬਾਅਦ ਕਾਨੂੰਨ ਬਣ ਗਏ, ਇਹ ਮੋਰਚਾ ਨਿਕਲਿਆ ਤੇ ਉਹਦੇ ਵਿੱਚੋਂ ਹੈ। ਮੈਂ ਮੰਨਦਾ ਮੈਂ ਕਿ ਆਪਾਂ ਬਹੁਤ ਅਗਾਂਹ ਦੀ ਸੋਚਦੇ ਹਾਂ, ਪਰ ਕਿਤੇ ਨਾ ਕਿਤੇ ਕਿਸਾਨ ਵੀਰ ਤੇ ਇੱਕ ਆਸ ਲਾ ਕੇ ਬੈਠੇ ਨੇ ਵੀ ਸ਼ਾਇਦ ਇਸ ਦੀਪ ਸਿੱਧੂ ਵਾਲੇ ਮੋਰਚੇ ਦੇ ਵਿੱਚੋਂ ਸਾਨੂੰ ਕੁਝ ਪ੍ਰਾਪਤ ਹੋਵੇਗਾ। ਇਹ ਇੱਕ ਮੈਨੀਫੈਸਟੇਸ਼ਨ ਹੈ, ਇੱਕ ਉਬਾਲ ਦੀ ਜਿਹੜਾ ਵਾਰੀ-ਵਾਰੀ ਪੰਜਾਬ 'ਚ ਉੱਠ ਰਿਹਾ ਸੀ। ਜਿਹੜੀਆਂ ਪ੍ਰੋਬਲਮ ਸੀਗੀਆਂ, ਪ੍ਰੋਬਲਮ ਇਕੱਲੀ ਕੋਈ ਕਿਸਾਨੀ ਦੀ MSP ਦੀ ਪ੍ਰੋਬਲਮ ਨਹੀਂ ਸੀ। ਜਦੋਂ ਜੇ MSP ਮਿਲ ਵੀ ਜਾਵੇ ਤਾਂ ਕਿਸਾਨੀ ਕੋਈ ਐਡਾ ਲਾਹੇਵੰਦ ਕਿੱਤਾ ਨਹੀਂ ਰਹਿ ਗਿਆ ਸੀ ਆਪਣੇ ਵਾਸਤੇ। ਕੰਪਨੀ ਲਾਸ 'ਚ ਸੋਧ ਕਰਦੇ ਤਾਂ ਸਾਡਾ ਇੰਨਾ ਡਾਇਸਪੋਰਾ ਬਾਹਰ ਬੈਠਾ, 3-3 4-4 ਹਜ਼ਾਰ ਏਕੜ ਜ਼ਮੀਨਾਂ ਵਾਲੇ, 10-10 ਹਜ਼ਾਰ ਏਕੜ ਜ਼ਮੀਨਾਂ ਵਾਲੇ ਬੈਠੇ ਆ ਸਾਡੇ, ਜਿਨ੍ਹਾਂ ਦਾ ਨਿੱਤ ਦਾ ਉੱਥੋਂ ਦੀ ਇੰਡਸਟਰੀ ਨਾਲ, ਉੱਥੋਂ ਦੇ ਬ੍ਰੋਕਰਸ ਨਾਲ ਵਾਹ ਹੈ। ਠੀਕ ਆ, ਅਸੀਂ ਉਹਨਾਂ ਨੂੰ ਸਮਾਂ ਦਿੰਦੇ। ਇਹ ਅਦਾਨੀ ਅੰਬਾਨੀ ਦੇ ਸੀਲੋਜ਼ ਇੱਥੇ ਲੱਗਣ ਦੀ ਬਜਾਏ ਹੈ ਅਸੀਂ ਆਪਦੇ ਉਸ ਡਾਇਸਪੋਰਾ ਨਾਲ ਕੰਟੈਕਟ ਕਰਦੇ ਹੋ। ਅਸੀਂ ਉਹ ਫਸਲਾਂ ਬੀਜਦੇ ਇੱਥੇ ਜਿਹੜੀਆਂ ਵਰਲਡ ਵਾਈਡ ਵਿਕਦੀਆਂ। ਸਾਨੂੰ ਇਹ ਫੇਰ ਆ ਜਾਂਦੇ ਅਦਾਨੀ ਅੰਬਾਨੀ, ਅਸੀਂ ਟੱਕਰਦੇ ਇਹਨਾਂ ਨਾਲ। ਇਹ ਪੱਤਰਕਾਰਾਂ ਨੂੰ ਕੱਖ ਨਹੀਂ ਪਤਾ ਹੈ, ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਜੇ ਹੁਣ ਜਿਵੇਂ ਆਮ ਇਹ ਕਹਿ ਦਿੰਦੇ ਆ ਜੀ ਇਹ ਤਾਂ ਕਿਸਾਨ ਆਪਦਾ ਅਨਾਜ ਆਪ ਆਪਦੀ ਮਰਜ਼ੀ ਨਾਲ ਮੁੱਲ ਤੈਅ ਕਰ ਸਕਦਾ। ਮੁੱਲ ਤੈਅ ਕਰ ਸਕਦਾ, ਬੜਾ ਸੋਹਣਾ ਕਾਨੂੰਨ ਲੱਗਦਾ, ਪੇਪਰ ਤਾਂ ਪੜ੍ਹੋਗੇ ਬੜਾ ਵਧੀਆ। ਇਹ ਮੁੱਲ ਤੈਅ ਕਰ ਸਕਦਾ ਤਾਂ ਕੀ ਤੁਸੀਂ ਬਾਕੀ ਕਾਨੂੰਨਾਂ 'ਚ ਕੰਪਨੀ ਲਾਸ 'ਚ ਸੋਧਾਂ ਕੀਤੀਆਂ ਕਿ ਵੀ ਸਾਨੂੰ ਸਾਡੇ ਭਰਾ ਜਿਹੜੇ ਬਾਹਰ ਵੈਸਟ 'ਚ ਬੈਠੇ ਆ, ਜੋ ਸਾਨੂੰ ਮਦਦ ਕਰਨਾ ਚਾਹੁਣ, ਸਾਡੇ ਤੋਂ ਕੋਈ ਮਾਲ ਖਰੀਦਣਾ ਚਾਹੁਣ, ਖਰੀਦ ਸਕਦੇ ਆ। ਕਿਸੇ ਨਾਲ ਠੱਗੀ ਹੋ ਜੇ ਇੱਕ ਪੈਨ ਕਾਰਡ ਦੇ ਉੱਤੇ ਵੀ ਮੈਂ ਆ ਢਾਈ ਚੱਕ ਕੇ ਲੈ ਜਾਣਾ, ਉਹਦੇ ਬਾਅਦ ਪੈਨ ਕਾਰਡ ਜੱਟ ਦੇ ਪੱਲੇ ਰਹਿ ਜੂ, ਲੱਭਦਾ ਫਿਰ ਉਹਨੂੰ ਬਿਹਾਰ 'ਚੋਂ ਜਾਂ ਕਿਤੇ ਮਹਾਰਾਸ਼ਟਰ 'ਚ ਜਾ ਕੇ ਵੀ ਕਿਹੜਾ ਪੈਨ ਕਾਰਡ ਫੜਾ ਗਿਆ ਮੈਨੂੰ। ਪੰਜਾਬ ਦਾ ਕਿਸਾਨ ਖੁਸ਼ਹਾਲ ਕਿਵੇਂ ਹੋ ਸਕਦਾ? ਪੰਜਾਬ ਦੇ ਸਿਰੋਂ ਕਰਜ਼ਾ ਕਿਵੇਂ ਮਗਰੋਂ ਲੈ ਸਕਦਾ? ਹੱਲ ਬੜੇ ਆ, ਹੱਲ ਕਰਨ ਦੀ ਕਮੀ ਨਹੀਂ। ਇਹ ਸਭ ਤੋਂ ਸੋਹਣੀ ਧਰਤੀ ਆ ਜੀ ਮੱਖੂ ਸਾਹਿਬ, ਮੈਂ ਦੁਨੀਆ ਘੁੰਮ ਕੇ ਵੇਖੀ ਆ। ਇੰਨੀ ਸੋਹਣਾ ਟੈਂਪਰੇਚਰ, ਇੰਨਾ ਸੋਹਣਾ ਕਲਾਈਮੇਟ, ਇੰਨੀ ਸੋਹਣੀ ਧਰਤੀ ਕਿਤੇ ਹੈ ਨਹੀਂ। ਤੇ ਜੇ ਲੋਕ ਮਜ਼ਬੂਤ ਆ, ਲੋਕਾਂ 'ਚ ਤਾਕਤ ਆ ਕੰਮ ਕਰਨ ਦੀ, ਬਾਹਰ ਜਾ ਕੇ ਉਹ ਕਾਮਯਾਬ ਹੋ ਜਾਂਦੇ ਆ। ਵੀ ਇੱਥੇ ਕੀ ਘਾਟ ਆ? ਕੇਂਦਰ ਸਿੱਖਾਂ ਨੂੰ ਕਿਵੇਂ ਵੇਖਦਾ? ਉਹ ਇਕੱਲਾ ਬਾਦਲ ਦਲ ਨੂੰ ਨਹੀਂ ਵੇਖਦਾ ਪਿਆ ਸੀ, ਉਹ ਤੁਹਾਨੂੰ ਵੇਖਦਾ ਸੀ ਕਿ ਉਹ ਤੁਹਾਡਾ, ਆਪਾਂ ਅੰਦਰੂਨੀ ਉਹਨਾਂ ਦੀ ਕੋਈ ਵੀ ਰੁਤਬਾ ਹੋਵੇ, ਪਰ ਉਹਨਾਂ ਵਾਸਤੇ ਤਾਂ ਉਹ ਰਿਪਰੈਜ਼ੈਂਟ ਕਰ ਰਹੇ ਸੀ ਨਾ ਸਿੱਖਾਂ ਨੂੰ, ਤਾਂ ਉਹ ਤੁਹਾਨੂੰ ਦੱਸ ਰਹੇ ਸੀ ਵੀ ਤੁਹਾਡੀ ਪੋਜੀਸ਼ਨ ਕੀ ਹੈ। ਠੀਕ ਹੈ, ਉਦੋਂ ਬਾਅਦ ਜਦੋਂ ਕਿਸਾਨ ਜਥੇਬੰਦੀਆਂ ਜਾਂਦੀਆਂ ਉਹ ਮੌਕਰੀ ਕਰਤੀ, ਮਜ਼ਾਕ ਕਰਤਾ ਉਹਨਾਂ ਦਾ ਇੱਕ ਤਰ੍ਹਾਂ, ਤਾਂ ਉਹ ਤੁਹਾਨੂੰ ਇੱਕ ਜਗ੍ਹਾ ਦੱਸ ਰਹੇ ਸੀ ਵੀ ਤੁਹਾਡਾ ਸਥਾਨ ਸਾਡੇ ਵਾਸਤੇ ਇੰਨਾ ਕੀ ਹੈ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਤੁਹਾਨੂੰ ਪਤਾ ਹੈ ਕਿ ਕੋਈ ਪੰਥਕ ਛਪਾ ਹੋਵੇ, ਕੋਈ ਮੋਰਚਾ ਹੋਵੇ, ਚਿੱਤ ਕਰਦਾ ਹੁੰਦਾ ਵੀ ਉੱਥੋਂ ਦੀ ਹਰ ਖਬਰ ਜਿਹੜੀ ਹੈ ਤੁਹਾਡੇ ਤੱਕ ਪੜਾਵਾਂ। ਜੇ ਮੈਂ ਅਕਸਰ ਆਪ ਵੀ ਕਿਸੇ ਮੋਰਚੇ ਦੇ ਉੱਪਰ ਬੋਲਦਾ ਹੁੰਦਾ ਮੈਂ, ਤੇ ਉਹ ਵੀ ਤੁਹਾਨੂੰ ਦਿਖਾਉਣ ਦਾ ਯਤਨ ਕਰਦੇ ਹਾਂ, ਪਰ ਕਈ ਵਾਰੀ ਕੁਝ ਐਸੀਆਂ ਸ਼ਖਸੀਅਤਾਂ ਹੁੰਦੀਆਂ ਨੇ ਆਪਣੇ ਬੋਲਾਂ ਨੂੰ ਸੰਕੋਚਦੇ ਹੋਏ ਚਿੱਤ ਕਰਦਾ ਵੀ ਉਹਨਾਂ ਦੇ ਜਿਹੜੇ ਬੋਲ ਨੇ ਤੁਹਾਡੇ ਰੂਬਰੂ ਕਰਦੇ ਆ। ਅੱਜ ਮੈਂ ਸ਼ੰਭੂ ਬਾਰਡਰ ਮੋਰਚੇ ਤੇ ਅਪੜਿਆ ਹੋਇਆ ਮੈਂ, ਬਿਲਕੁਲ ਦੂਸਰੇ ਪਾਸੇ ਮੋਰਚਾ ਕਿ ਅਸੀਂ ਖੇਤਾਂ ਵਾਲੇ ਪਾਸੇ ਆਏ ਹਾਂ, ਕਿਉਂਕਿ ਉੱਥੇ ਸਪੀਕਰ ਦੀ ਆਵਾਜ਼ ਕਾਫੀ ਵੱਡੇ ਪੱਧਰ ਦੇ ਉੱਪਰ ਆ ਰਹੀ ਸੀ। ਮੇਰੇ ਨਾਲ ਨੇ ਸਰਦਾਰ ਅਜੈਪਾਲ ਸਿੰਘ ਜੀ। ਮੈਂ ਤਿੰਨਾਂ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ। ਪਿਛਲੇ ਕਾਫੀ ਦਿਨਾਂ ਤੋਂ ਮੋਰਚੇ ਨਾਲ ਬੜੇ ਜੁੜੇ ਹੋਏ ਨੇ, ਸਵੇਰੇ ਆ ਜਾਂਦੇ ਨੇ, ਰਾਤ ਲੇਟ ਆਪਣੇ ਘਰ ਦੇ ਵਿੱਚ ਜਾਂਦੇ ਨੇ। ਪਰ ਗਜ਼ਬ ਦੀ ਗੱਲ ਇਹ ਹੈ ਵੀ ਇਹ ਸੰਘਰਸ਼ ਦੇ ਵਿੱਚੋਂ ਬੜੀ ਬਰੀਕੀ ਨਾਲ ਵੇਖ ਸਕਦੇ ਨੇ। ਹੋ ਸਕਦਾ ਉੱਥੇ ਤੁਹਾਡੀ ਤੇ ਮੇਰੀ ਅੱਖ ਨਾ ਅਪੜੇ ਜਿੱਥੇ ਸਰਦਾਰ ਅਜੈਪਾਲ ਸਿੰਘ ਜੀ ਦੀ ਅੱਖ ਅਪੜ ਜਾਵੇਗੀ, ਕਿਉਂਕਿ ਇਹਨਾਂ ਨੇ 2 ਕਿਤਾਬਾਂ ਲਿਖੀਆਂ ਨੇ ਮਿਸਲ ਕਾਲ ਦੇ ਉੱਪਰ, ਪਰ ਉਹਦੇ ਵਿੱਚ ਅੱਜ ਨੂੰ ਥੋੜ੍ਹਾ ਜਿਹਾ ਟੱਚ ਕੀਤਾ ਹੋਇਆ ਦੱਸਿਆ ਗਿਆ ਹੈ ਵੀ ਮਿਸਲ ਕਾਲ ਵੇਲੇ ਜਿਹੜੀ ਸਟ੍ਰੈਟਜੀ ਹੈ ਉਹਨੂੰ ਤੁਸੀਂ ਅੱਜ ਕਿਸ ਤਰੀਕੇ ਨਾਲ ਲੈ ਕੇ ਚੱਲੋਗੇ ਤੇ ਆਪਣੇ ਮੋਰਚੇ ਫਤਿਹ ਕਰੋਗੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਮੋਰਚੇ ਦੀਆਂ ਬਰੀਕੀਆਂ ਜਾਣਨ ਦਾ ਯਤਨ ਕਰਦੇ ਹਾਂ। ਕੀ ਮੋਰਚੇ ਵਿੱਚੋਂ ਸੱਚਮੁੱਚ ਕੁਝ ਨਿਕਲੇਗਾ ਜਾਂ ਲੋਕਾਂ ਦਾ ਗੁੱਸਾ ਰਿਲੀਜ਼ ਹੀ ਕੀਤਾ ਜਾਵੇਗਾ? ਆਓ ਜਾਣਦੇ ਹਾਂ। ਸਭ ਤੋਂ ਪਹਿਲਾਂ ਸਰਦਾਰ ਅਜੈਪਾਲ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਹੋਈ ਜੀ ਤੁਹਾਡੇ ਨਾਲ ਮਿਲ ਕੇ। ਅਕਸਰ ਤੁਹਾਨੂੰ ਕਿਤਾਬਾਂ ਦੇ ਰਾਖੀ ਤੇ ਦੇਖਦੇ ਸਾਂ, ਤੁਹਾਡੇ ਉੱਚ ਵਿਚਾਰ ਵੀ
ਪਰ ਅੱਜ ਮਿਲ ਕੇ ਪ੍ਰਸੰਨਤਾ ਹੋਈ ਹੈ। ਵੀਰ ਜੀ, ਇੱਕ ਜਾਣਕਾਰੀ ਤੁਹਾਡੇ ਕੋਲ ਲੈਣੀ ਸੀ। ਇਸ ਮੋਰਚੇ ਨੂੰ ਤੁਸੀਂ ਬੜੀ ਗੰਭੀਰਤਾ ਦੇ ਨਾਲ ਦੇਖਿਆ ਤੇ ਆਪਣੀਆਂ ਜਦੋਂ ਕਿਤਾਬਾਂ ਲਿਖੀਆਂ ਨੇ ਉਦੋਂ ਵੀ ਬਹੁਤ ਜ਼ਿਆਦਾ ਖੁੱਬੇ ਹੋਵੋਗੇ। ਮਿਸਲ ਕਾਲ ਦੀ ਹਿਸਟਰੀ ਵੀ ਤੁਸੀਂ ਚੰਗੀ ਤਰ੍ਹਾਂ ਪੜ੍ਹੀ ਹੈ, ਲਿਖੀ ਹੈ। ਉਸ ਤੋਂ ਬਾਅਦ ਆਪਾਂ ਆਪਣੇ ਅੱਜ ਤੇ ਆਉਂਦੇ ਹਾਂ। ਜੇ ਅਸੀਂ ਸ਼ੰਭੂ ਬਾਰਡਰ ਮੋਰਚੇ ਦੀ ਗੱਲ ਕਰੀਏ, ਜਿਹਦੀ ਅਗਵਾਈ ਦੀਪ ਸਿੱਧੂ ਵੀਰ ਹੋਰਾਂ ਨੇ ਕੀਤੀ, ਇਸ ਮੋਰਚੇ ਦੇ ਵਿੱਚੋਂ ਕੁਝ ਨਿਕਲੇਗਾ? ਤੁਹਾਨੂੰ ਲੱਗਦਾ ਵੀ ਸਾਨੂੰ ਕੁਝ ਪ੍ਰਾਪਤੀਆਂ ਹੋ ਸਕਦੀਆਂ ਨੇ? ਵੇਖੋ ਜੀ, ਪ੍ਰਾਪਤੀ ਦੀ ਜਿਹੜੀ ਡੈਫੀਨੇਸ਼ਨ ਆ, ਆਪਾਂ ਪ੍ਰਾਪਤੀ ਨੂੰ ਕਿਸ ਢੰਗ ਨਾਲ ਵੇਖਦੇ ਹਾਂ, ਪਹਿਲਾਂ ਆਪਾਂ ਨੂੰ ਇਹ ਸਮਝਣਾ ਪਊਗਾ ਜੀ। ਜੇ ਆਪਾਂ ਕੋਈ ਇਹ ਸੋਚਦੇ ਹਾਂ ਕਿ ਵੀ ਕਿਸੇ ਮੋਰਚੇ 'ਚੋਂ ਅਸੀਂ ਕੋਈ ਸੋਧ ਕਰਾ ਕੇ ਨਿਕਲਣਾ ਹੈ, ਜਾਂ ਅਸੀਂ ਕੋਈ MSP ਲੈ ਕੇ ਨਿਕਲਣਾ, ਜਾਂ ਕੋਈ ਮਟੀਰੀਅਲ ਗੇਨ, ਪਦਾਰਥਕ ਗੇਨ ਲੈ ਕੇ ਨਿਕਲਣਾ ਹੈ, ਫਿਰ ਤਾਂ ਉਹ ਇਸ ਮੋਰਚੇ ਦਾ, ਜਿਵੇਂ ਦੀਪ ਜੀ ਨੇ ਸ਼ੁਰੂ ਕਰਨ ਵੇਲੇ ਕਿਹਾ ਸੀਗਾ ਕਿ ਸਾਡਾ ਟੀਚਾ ਸਿਰਫ ਕਿਸਾਨੀ ਤੱਕ ਨਹੀਂ, ਕਿਸਾਨੀ ਨੂੰ ਅਸੀਂ ਸਪੋਰਟ ਕਰ ਰਹੇ ਹਾਂ, ਦਬਾਅ ਬਰਾਬਰ ਬਣਾ ਰਹੇ ਹਾਂ ਉਹਦੇ ਉੱਤੇ, ਆਪਣਾ ਕੇਂਦਰ ਸਰਕਾਰ ਦੇ ਉੱਤੇ ਸਪੋਰਟਿਵ ਆ। ਪਰ ਸਾਡੀ ਸੋਚ ਇਹ ਆ ਕਿ ਇਹ ਜਿਹੜੀ ਲੜਾਈ ਆ ਜਾਂ ਇਹ ਜਿਹੜਾ ਸੰਘਰਸ਼ ਆ, ਇਹ ਉਹਦੇ ਬਹੁਤ ਅੱਗੇ ਤੱਕ ਜਾਂਦਾ ਹੈ ਜੀ। ਸੋ ਅਸੀਂ ਇਸ ਮੋਰਚੇ 'ਚੋਂ ਹੋਰ ਕੀ ਉਪਲਬਧੀ ਕਰ ਸਕਦੇ ਹਾਂ, ਉਹ ਇਹ ਆ ਕਿ ਇੱਥੋਂ ਅਸੀਂ ਲੋਕਾਂ ਨੂੰ ਸਮਾਂ ਦੇ ਰਹੇ ਹਾਂ। ਜਿਵੇਂ ਤੁਸੀਂ ਵੇਖਿਆ ਕਿ ਆਮ ਬੁਲਾਰਾ ਵੀ ਇੱਥੋਂ ਬੋਲ ਸਕਦਾ ਤੇ ਕੋਈ ਪਰਸਨੈਲਿਟੀ ਵੀ ਬੋਲ ਸਕਦੀ ਹੈ, ਸ਼ਖਸੀਅਤ ਵੀ ਬੋਲ ਸਕਦੀ ਆ। ਤਾਂ ਉਹਦੇ 'ਚ ਆਪਣੇ ਕੋਲੇ ਇੱਥੇ ਇੱਕ ਵਿਚਾਰਾਂ ਦਾ ਭੰਡਾਰ ਇਕੱਠਾ ਹੋ ਜਾਂਦਾ, ਜਿਹਨੂੰ ਅੰਗਰੇਜ਼ੀ 'ਚ ਆਪਾਂ ਬ੍ਰੇਨ ਸਟਾਰਮਿੰਗ ਕਹਿ ਦਿੰਦੇ ਹਾਂ, ਜਾਂ ਸਿਰ ਜੋੜ ਕੇ ਇੱਕ ਤਰ੍ਹਾਂ ਦਾ ਇਕੱਠਾ ਹੋ ਰਿਹਾ। ਤਾਂ ਸਾਨੂੰ ਇਹ ਮੋਟਾ ਇਹ ਸਮਝ ਆ ਸਕਦਾ ਹੈ ਕਿ ਵੀ ਕੀ ਪਰੇਸ਼ਾਨੀ ਹੈ, ਕੀ ਦਿੱਕਤਾਂ ਹੈ, ਤੇ ਉਹਦੇ ਵਿਚਾਰਾਂ 'ਚੋਂ ਹੀ ਆਪਣਾ ਜੇ ਇਸ ਮੋਰਚੇ ਦਾ ਟੀਚਾ ਲਾਈਏ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਨਰੇਟਿਵ ਸੈੱਟ ਹੋ ਸਕਦਾ, ਇੱਕ ਬ੍ਰਿਤਾਂਤ ਸੈੱਟ ਹੋ ਸਕਦਾ ਹੈ, ਜਿਹੜਾ ਕਿ ਸੈੱਟ ਹੋਇਆ ਵੀ ਹੈ। 4 ਤਰੀਕ ਨੂੰ ਵੀ ਵੇਖੋ ਤਾਂ ਜ਼ਿਆਦਾਤਰ ਬੁਲਾਰਿਆਂ ਨੇ, ਚਾਹੇ ਡਾਕਟਰ ਗਾਂਧੀ ਸੀ ਤੇ ਚਾਹੇ ਅਖੀਰਲਾ ਬੁਲਾਰਾ ਸੀ, ਸਭ ਨੇ ਵਿੱਚ ਖੁਦ ਮੁਖਤਾਰੀ ਦੀ ਗੱਲ ਕੀਤੀ। ਖੁਦ ਮੁਖਤਾਰੀ 'ਚ ਤੁਹਾਡਾ ਮੇਰਾ ਡਿਫਰੈਂਸ ਹੋ ਸਕਦੇ ਆ ਕਿ ਖੁਦ ਮੁਖਤਾਰੀ ਦਾ ਮਤਲਬ ਕੀ ਆ, ਪਰ ਮੋਟਾ ਸਮਝ ਆ ਗਿਆ ਕਿ ਵੀ ਅਸੀਂ ਆਪਦੇ ਫੈਸਲੇ ਕਰਨ ਦਾ ਹੱਕ ਸਾਡੇ ਕੋਲੇ ਹੋਣਾ ਚਾਹੀਦਾ। ਸੋ ਆਪਣਾ ਜੇ ਇਸ ਮੋਰਚੇ ਤੋਂ ਟੀਚਾ ਲਾਈਏ ਜਾਂ ਮੋਰਚੇ ਤੋਂ ਲੱਭੀਏ ਕਿ ਆਪਾਂ ਨੂੰ ਕੀ ਮਿਲ ਸਕਦਾ ਹੈ, ਤਾਂ ਲੋਕਾਂ ਦੇ ਵਿਚਾਰ ਇਕੱਤਰਤ ਹੋ ਸਕਦੇ ਆ, ਲੋਕਾਂ ਤੋਂ ਵਿਚਾਰ ਮਿਲ ਸਕਦੇ ਆ ਕਿ ਉਹ ਕੀ ਚਾਹੁੰਦੇ ਆ, ਉਹਨਾਂ ਦੀ ਭਾਵਨਾਵਾਂ ਕੀ ਆ, ਉਹਨਾਂ ਦੀ ਐਸਪੀਰੇਸ਼ਨਸ ਕੀ ਆ, ਉਹਨਾਂ ਦੀ ਦਿੱਕਤਾਂ ਕੀ ਆ। ਤੇ ਦੂਸਰਾ, ਇਹਦੇ ਤੋਂ ਅੱਗੇ ਨੈਰੇਟਿਵ ਸੈੱਟ ਹੋ ਸਕਦਾ, ਜਿਵੇਂ ਪਿੱਛੇ ਤੁਸੀਂ ਵੀ ਬੋਲਿਆ ਸੀ ਕਿ ਇਹਦੇ ਤੋਂ ਆਪਾਂ ਨੂੰ ਵਿਵੇਕ ਮਿਲ ਸਕਦਾ, ਜਿਹੜਾ ਵਿਵੇਕ ਚਾਹੀਦਾ ਸਾਨੂੰ, ਇੱਕ ਕੰਸੈਂਸਸ ਚਾਹੀਦਾ ਅਕਰੋਸ ਦੀ ਪੰਜਾਬ ਜਾਂ ਅਕਰੋਸ ਦੀ ਸਿੱਖਸ, ਉਹ ਮਿਲ ਸਕਦਾ ਜੀ। ਇਹ ਆਪਣੀ ਪ੍ਰਾਪਤੀ। ਜਿਵੇਂ ਤੁਸੀਂ ਬੜੇ ਸੁੰਦਰ ਢੰਗ ਨਾਲ ਦੱਸਿਆ ਵੀ ਇੱਥੋਂ ਸਾਨੂੰ ਇੱਕ ਹਰ ਵਿਸ਼ੇ ਨੂੰ ਪਕੜਨ ਦੀ ਜਿਹੜੀ ਸ਼ਕਤੀ ਹੈ ਉਹ ਸਾਨੂੰ ਮਿਲੇਗੀ, ਸਾਨੂੰ ਇੱਕ ਵਿਵੇਕ ਮਿਲਦਾ ਆ। ਇਹ ਤੇ ਠੀਕ ਹੈ, ਪਰ ਇਸ ਵੇਲੇ ਜਿਹੜਾ ਮੇਨ ਮੁੱਦਾ ਉਹ ਤੇ ਕਿਸਾਨੀ ਦਾ ਹੈ ਕਿ ਕਿਸਾਨੀ ਦੇ ਮੁੱਦੇ ਪ੍ਰਤੀ ਵੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਕਿ ਸਾਡੇ ਇਸ ਮੋਰਚੇ ਦਾ ਸਰਕਾਰ 'ਤੇ ਕੋਈ ਪ੍ਰਭਾਵ ਪਵੇਗਾ? ਡੈਫੀਨੇਟਲੀ ਜੀ। ਵੇਖੋ, ਅਸੀਂ ਜਿਹੜੀ ਲੋਕੇਸ਼ਨ ਚੁਣੀ ਆ, ਸ਼ੰਭੂ ਚੁਣੀ ਆ, ਇਹ ਬਿਲਕੁਲ ਇੱਕ ਤਰ੍ਹਾਂ ਸਿੰਬਲਿਜ਼ਮ ਬਹੁਤ ਤਕੜਾ ਹੈ। ਇਹ ਸ਼ੋਅ ਕਰਦਾ ਕਿ ਅਸੀਂ ਕੇਂਦਰ ਸਰਕਾਰ ਨਾਲ ਇਸ ਗੱਲ ਤੇ ਟਕਰਾਅ 'ਚ ਹੈਗੇ ਹਾਂ। ਇਹ ਲੋਕੇਸ਼ਨ ਤੋਂ ਪਤਾ ਲੱਗਦਾ। ਦੂਸਰਾ, ਕਨਸਟੈਂਟਲੀ ਇੱਕ ਦਬਾਅ ਬਣਦਾ ਸਰਕਾਰ ਤੇ, ਜਿਵੇਂ ਹੋਰ 150 ਥਾਂ ਤੇ ਧਰਨੇ ਲੱਗੇ, ਜਿਵੇਂ ਉਹਨਾਂ ਦਾ ਦਬਾਅ ਬਣਦਾ, ਇਹਦਾ ਦਬਾਅ ਵੀ ਬਹੁਤ ਬਣਦਾ। ਇਹਦੇ ਨਾਲ ਤਾਂ ਸਗੋਂ ਜ਼ਿਆਦਾ ਦਬਾਅ ਬਣਦਾ ਕਿ ਵੀ ਇਹ ਕਿਸਾਨੀ ਤੋਂ ਵੱਧ ਕੇ ਗੱਲ ਕਰ ਰਹੇ ਹੈਗੇ ਆ। ਪਰ ਇਹ ਨਹੀਂ ਕਿ ਵੀ ਕਿਸਾਨੀ ਦੇ ਮੁੱਦੇ ਨੂੰ ਇਹਦੇ ਤੋਂ ਸਪੋਰਟ ਨਹੀਂ ਮਿਲੂਗੀ, ਉਹ ਵੀ ਸਪੋਰਟ ਮਿਲੂਗੀ, ਤੇ ਲੋਕਾਂ 'ਚ ਵੀ ਜਾਗਰੂਕਤਾ ਫੈਲਦੀ ਹੈ ਕਿ ਵੀ ਇਹ ਮੁੱਦੇ ਨੂੰ ਇੱਕ ਡੂੰਘਾਈ ਨਾਲ ਵੇਖ ਸਕਣ ਕਿ ਇਹ ਇਕੱਲਾ ਕੋਈ MSP ਜਾਂ ਸੋਧਾਂ ਦਾ ਮਸਲਾ ਨਹੀਂਗਾ, ਇਹ ਉਦੋਂ ਬਹੁਤ ਅੱਗੇ ਦੀ। ਪਰ ਇਹ ਮੋਰਚਾ ਨਿਕਲਿਆ ਤੇ ਕਿਸਾਨੀ ਦਾ ਜਿਹੜਾ ਕਾਨੂੰਨ ਪਾਸ ਹੋਇਆ ਆ, ਜਿਹੜੇ 3 ਆਪਾਂ ਕਾਨੂੰਨਾਂ ਦੀ ਗੱਲ ਕਰਦੇ ਹਾਂ, ਬਿੱਲ ਤੋਂ ਬਾਅਦ ਕਾਨੂੰਨ ਬਣ ਗਏ, ਇਹ ਮੋਰਚਾ ਨਿਕਲਿਆ ਤੇ ਉਹਦੇ ਵਿੱਚੋਂ ਹੈ। ਮੈਂ ਮੰਨਦਾ ਮੈਂ ਕਿ ਆਪਾਂ ਬਹੁਤ ਅਗਾਂਹ ਦੀ ਸੋਚਦੇ ਹਾਂ, ਪਰ ਕਿਤੇ ਨਾ ਕਿਤੇ ਕਿਸਾਨ ਵੀਰ ਤੇ ਇੱਕ ਆਸ ਲਾ ਕੇ ਬੈਠੇ ਨੇ ਵੀ ਸ਼ਾਇਦ ਇਸ ਦੀਪ ਸਿੱਧੂ ਵਾਲੇ ਮੋਰਚੇ ਦੇ ਵਿੱਚੋਂ ਸਾਨੂੰ ਕੁਝ ਪ੍ਰਾਪਤ ਹੋਵੇਗਾ। ਵੇਖੋ ਜੀ, ਇਹ ਇੱਕ ਮੈਨੀਫੈਸਟੇਸ਼ਨ ਹੈ, ਇੱਕ ਉਬਾਲ ਦੀ ਜਿਹੜਾ ਵਾਰੀ ਪੰਜਾਬ 'ਚ ਉੱਠ ਰਿਹਾ ਸੀ। ਜਿਹੜੀਆਂ ਪ੍ਰੋਬਲਮ ਸੀਗੀਆਂ, ਪ੍ਰੋਬਲਮ ਇਕੱਲੀ ਕੋਈ ਕਿਸਾਨੀ ਦੀ MSP ਦੀ ਪ੍ਰੋਬਲਮ ਨਹੀਂ ਸੀ। ਜਦੋਂ ਜੇ MSP ਮਿਲ ਵੀ ਜਾਵੇ ਤਾਂ ਕਿਸਾਨੀ ਕੋਈ ਐਡਾ ਲਾਹੇਵੰਦ ਕਿੱਤਾ ਨਹੀਂ ਰਹਿ ਗਿਆ ਸੀ ਆਪਣੇ ਵਾਸਤੇ, ਤੇ ਹੋਰ ਵੀ ਬਹੁਤ ਦਿੱਕਤਾਂ ਆ ਰਹੀਆਂ ਸੀ। ਜਦੋਂ ਤੁਸੀਂ ਵੇਖੋ ਜਦੋਂ ਕਿਸਾਨੀ ਦੇ ਬਿੱਲਸ ਆਏ ਆ, ਉਦੋਂ ਪਹਿਲਾਂ ਲੋਕਾਂ ਨੇ ਕੀ ਕੁਛ ਹੰਢਾਇਆ ਸੀ। ਸੈਣੀ ਵਾਲਾ ਕੇਸ ਚੱਲਦਾ ਪਿਆ ਸੀ, ਉਹਦੀ ਕੋਈ ਕਿਸੇ ਕਿਨਾਰੇ ਨਹੀਂ ਲੱਗ ਰਿਹਾ ਸੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸਰੂਪਾਂ ਦਾ ਕੇਸ ਚੱਲਦਾ ਪਿਆ ਸੀ। ਉਹ ਰੋਹ ਤੇ ਗੁੱਸਾ ਬਹੁਤ ਸੀ ਲੋਕਾਂ 'ਚ। ਉਹ ਮੈਨੀਫੈਸਟ ਹਲੇ ਉਵੇਂ ਨਹੀਂ ਹੋ ਪਾ ਰਿਹਾ ਸੀ, ਹਾਲਾਂਕਿ ਉਹ ਹੋਣਾ ਚਾਹੀਦਾ ਸੀਗਾ। ਉਸ ਤਰੀਕੇ ਨਾਲ ਉਹਨੂੰ ਸਪੋਰਟ ਮਿਲਣੀ ਚਾਹੀਦੀ ਸੀ ਕਿ ਬੇਅਦਬੀ ਸੀ ਗੁਰੂ ਮਹਾਰਾਜ ਦੀ ਉਹ। ਤੇ ਉਹਦੇ ਇਲਾਵਾ ਕੋਵਿਡ ਨਿਕਲ ਕੇ ਹਟਿਆ ਸੀ, ਸਰਕਾਰਾਂ ਦਾ ਪ੍ਰੈਸ਼ਰ ਸੀਗਾ ਲੋਕਾਂ 'ਤੇ। ਤਾਂ ਉਹਦੇ ਇਲਾਵਾ ਪੰਜਾਬ ਨਾਲ ਜੋ ਵਧੀਕੀਆਂ ਹੋਈਆਂ, ਸਿੱਖਾਂ ਨਾਲ ਜੋ ਵਧੀਕੀਆਂ ਹੋਈਆਂ, ਮਾਈਨੋਰਿਟੀਜ਼ ਨਾਲ ਜੋ ਵਧੀਕੀਆਂ ਹੋਈਆਂ, ਉਹ ਸਾਰਾ ਕੁਛ ਇਕੱਠਾ ਕਿਤੇ ਨਾ ਕਿਤੇ ਅੰਦਰ
ਉਬਲ ਰਿਹਾ ਸੀ, ਲੋਕਾਂ ਦੇ ਅੰਦਰ ਅੰਦਰ ਜਜ਼ਬਾ ਸੀ, ਤੇ ਆਪਾਂ ਉਹ ਕਿਸੇ ਨਾ ਕਿਸੇ ਪਾਸੇ ਤਾਂ ਉਗੜਨਾ ਸੀ ਨਾ, ਕਿਸੇ ਪਾਸੇ ਉਹ ਫਟਣਾ ਸੀ ਉਹ ਲਾਵਾ ਕਿ, ਤੇ ਉਹ ਇਸ ਕਿਸਾਨੀ ਮੋਰਚੇ ਦੇ ਰੂਪ ਦੇ ਵਿੱਚ ਸਾਹਮਣੇ ਆ ਗਿਆ। ਠੀਕ ਹੈ ਨਾ ਜੀ। ਜੇ ਤੁਸੀਂ ਇਹ ਦੇਖੋ ਤਾਂ ਇਹ ਇਕੱਲਾ, ਜਿੱਥੇ ਅੱਜ ਕੱਲ੍ਹ ਮੈਂ ਕਈ ਧਰਨਿਆਂ ਤੇ ਵੀ ਇੰਜ ਕਹਿ ਲਈਏ ਵੀ ਬੜਾ ਲੰਮੇ ਸਮੇਂ ਤੋਂ ਅੱਗ ਹੇਠਾਂ ਮਗਦੀ ਪਈ ਸੀ, ਬਸ ਜਵਾਲਾਮੁਖੀ ਫਟ ਗਿਆ। ਆਪਾਂ ਜਵਾਲਾਮੁਖੀ ਫਟਿਆ ਨਹੀਂ ਕਹਿ ਸਕਦੇ, ਹਲੇ ਤਾਂ ਲੋਕਾਂ ਨੇ ਆਪਦੇ ਆਪ ਨੂੰ ਐਕਸਪ੍ਰੈਸ਼ਨ ਦਿੱਤਾ, ਪੀਸਫੁਲ ਐਕਸਪ੍ਰੈਸ਼ਨ ਦੇ ਰਹੇ ਆ ਲੋਕ, ਤੇ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹਲੇ ਜੇ ਇਹ ਤਾਂ ਹੋਰ ਵੱਡੀ ਲਾਮਬੰਦੀ ਹੋ ਸਕਦੀ ਹੈ ਜੇ ਸਰਕਾਰਾਂ ਆਈ, ਜਿਵੇਂ ਆਪਣਾ ਦੋ ਇੰਸੀਡੈਂਟਸ ਵੇਖੋ ਇਹਦੇ ਵਿੱਚ ਕਿ ਹਰਸਿਮਰਤ ਬਾਦਲ ਨੇ ਅਸਤੀਫਾ ਦਿੱਤਾ, ਬੀਬੀ ਜੀ ਨੇ, ਤੇ ਅਸਤੀਫਾ ਇੱਕਦਮ ਹੀ ਕਬੂਲ ਹੋ ਗਿਆ। ਇੰਨੇ ਪੁਰਾਣੀ ਸਾਂਝ, ਤੁਹਾਡਾ ਦੋਸਤ ਮਿੱਤਰ ਜਾਵੇ, ਤੁਸੀਂ ਮੱਖੂ ਸਾਹਿਬ ਤੁਸੀਂ ਵੀ ਜਾ ਕੇ ਉਹਨੂੰ ਇੱਕ ਵਾਰੀ ਪੁੱਛੋਗੇ ਕਿ ਭਾਈ ਤੇਰਾ ਦੁੱਖ ਦਰਦ ਤਾਂ ਦੱਸ। ਉਹ ਇੰਡੀਕੇਸ਼ਨ ਸੀ, ਉਹ ਸਿੰਬੋਲਿਕ ਸੀ, ਕੇਂਦਰ ਸਿੱਖਾਂ ਨੂੰ ਕਿਵੇਂ ਵੇਖਦਾ। ਉਹ ਕੱਲਾ ਬਾਦਲ ਦਲ ਨੂੰ ਨਹੀਂ ਵੇਖਦਾ ਪਿਆ ਸੀ, ਉਹ ਤੁਹਾਨੂੰ ਵੇਖਦਾ ਸੀ ਕਿ ਉਹ ਤੁਹਾਡਾ, ਆਪਾਂ ਅੰਦਰੂਨੀ ਉਹਨਾਂ ਦੀ ਕੋਈ ਵੀ ਰੁਤਬਾ ਹੋਵੇ, ਪਰ ਉਹਨਾਂ ਵਾਸਤੇ ਤਾਂ ਉਹ ਰਿਪਰੈਜ਼ੈਂਟ ਕਰ ਰਹੇ ਸੀ ਨਾ ਸਿੱਖਾਂ ਨੂੰ, ਤਾਂ ਉਹ ਤੁਹਾਨੂੰ ਦੱਸ ਰਹੇ ਸੀ ਵੀ ਤੁਹਾਡੀ ਪੋਜੀਸ਼ਨ ਕੀ ਹੈ। ਠੀਕ ਹੈ। ਉਦੋਂ ਬਾਅਦ ਜਦੋਂ ਕਿਸਾਨ ਜਥੇਬੰਦੀਆਂ ਜਾਂਦੀਆਂ, ਉਹ ਮੌਕਰੀ ਕਰਤੀ, ਮਜ਼ਾਕ ਕਰਤਾ ਉਹਨਾਂ ਦਾ ਇੱਕ ਤਰ੍ਹਾਂ, ਤਾਂ ਉਹ ਤੁਹਾਨੂੰ ਇੱਕ ਜਗ੍ਹਾ ਦੱਸ ਰਹੇ ਸੀ ਵੀ ਤੁਹਾਡਾ ਸਥਾਨ ਸਾਡੇ ਵਾਸਤੇ ਇੰਨਾ ਕੀ ਹੈ। ਤਾਂ ਇਹ ਕਹਿ ਦਈਏ ਕਿ ਵੀ ਇਹਦੇ ਨਾਲ ਸੰਘਰਸ਼ ਨਾਲ ਹੱਲ ਹੋ ਜੂ, ਚਲੋ ਹੋ ਸਕਦਾ ਕੋਈ ਸੋਧਾਂ ਹੋ ਜਾਣ, ਕੋਈ ਰਾਇਤਾ ਮਿਲ ਜਾਣ, MSP ਮਿਲ ਜੇ, ਚਲੋ ਆਪਾਂ ਨੂੰ ਸਾਹ ਮਿਲ ਜੂ, ਇਸ 'ਚ ਕੋਈ ਡਾਊਟ ਨਹੀਂ। ਪਰ ਬਰੋਡਰ ਫਰੇਮਵਰਕ ਦੇ ਵਿੱਚ ਤੁਸੀਂ ਹਲੇ ਵੀ ਪ੍ਰੋਬਲਮ 'ਚ ਰਹੋਗੇ, ਹਲੇ ਵੀ ਉਹ ਹਾਲ, ਜਿੰਨੀ ਦੇਰ ਤੁਸੀਂ ਆਪਦੇ ਫੈਸਲੇ ਆਪ ਨਹੀਂ ਕਰ ਸਕਦੇ, ਜਿੰਨੀ ਦੇਰ ਕਈ ਮੁੱਦਿਆਂ ਤੇ, ਮੈਜੋਰਿਟੀ ਮੁੱਦਿਆਂ ਤੇ ਤੁਹਾਡਾ ਹੱਕ ਨਹੀਂ ਮਿਲਦਾ ਫੈਸਲੇ ਕਰਨ ਦਾ, ਉਨੀ ਦੇਰ ਤੁਹਾਡੇ ਮਸਲੇ ਹੱਲ ਨਹੀਂ ਹੋ ਸਕਦੇ। ਕਿਉਂਕਿ ਜੇ ਕੋਈ ਗੈਰ ਤੁਹਾਡਾ ਫੈਸਲਾ ਕਰੂਗਾ, ਗੈਰ ਸੋਚ ਕੇ ਕਰੂਗਾ, ਤਾਂ ਉਹ ਆਪਦੇ ਹਿਸਾਬ ਨਾਲ ਕਰੂਗਾ, ਉਹ ਤੁਹਾਡਾ ਦੁੱਖ ਦਰਦ ਜਾਂ ਤੁਹਾਡੀ ਐਸਪੀਰੇਸ਼ਨਸ ਨੂੰ, ਤੁਸੀਂ ਕੀ ਚਾਹੁੰਦੇ ਹੋ, ਉਹ ਨਹੀਂ ਵੇਖੂਗਾ ਜੀ। ਤੁਸੀਂ ਬੜੇ ਸੁੰਦਰ ਢੰਗ ਨਾਲ ਦੱਸਿਆ ਵੀ ਇਸ ਮੋਰਚੇ ਦੇ ਵਿੱਚੋਂ ਅਸੀਂ ਕਾਫੀ ਕੁਝ ਅੱਗੇ ਤੱਕ ਲੈ ਕੇ ਚੱਲਦੇ ਹਾਂ, ਪਰ ਜੇ ਇੱਥੇ ਗੱਲ ਕਰੀਏ ਤਾਂ ਮੋਰਚੇ ਨੂੰ ਕਰੀਬ 3 ਭਾਗਾਂ ਦੇ ਵਿੱਚ ਡਿਵਾਈਡ ਹੋ ਗਿਆ। ਇਹਦਾ ਕੋਈ ਤੁਹਾਡੇ ਮੋਰਚੇ ਦੇ ਉੱਪਰ ਅਸਰ ਪਵੇਗਾ? ਕਿਵੇਂ ਜੀ? ਇੱਥੇ ਜਿਹੜੇ ਮੋਰਚੇ ਇੱਥੇ ਕਰੀਬ 3 ਮੋਰਚੇ ਹੋ ਗਏ ਨੇ, ਪਹਿਲਾਂ 1 ਸੀ, ਉਸ ਤੋਂ ਬਾਅਦ 2 ਹੋ ਗਏ, 2 ਤੋਂ ਬਾਅਦ 3 ਹੋ ਗਏ। ਇਹਦਾ ਕੋਈ ਸਾਡੀ ਜਿਹੜੀ ਇੱਕ ਬੜੀ ਵੱਡੀ ਲੜਾਈ ਹੈ, ਇੱਕ ਇੰਝ ਕਹਿ ਲਈਏ ਵੀ ਬਹੁਤ ਵੱਡੇ ਸ਼ਾਸਕ ਦੇ ਨਾਲ ਹੈ, ਇੱਕ ਵੱਡੀ ਸਰਕਾਰ ਦੇ ਨਾਲ ਹੈ, ਕਿ ਸਾਡਾ ਡਿਵਾਈਡ ਹੋ ਜਾਣਾ, ਸਾਡਾ 3 ਜਗ੍ਹਾ ਤੇ ਵੰਡੇ ਜਾਣਾ, ਇਹਦਾ ਕੋਈ ਨੁਕਸਾਨ ਸਾਨੂੰ ਹੋਵੇਗਾ? ਜੋ ਮੈਂ ਫੀਲ ਕਰਦਾ ਜੀ, ਵੈਸੇ ਆਮ ਜੋ ਨੈਰੇਟਿਵ ਚੱਲ ਰਿਹਾ ਹੋਇਆ ਕਿ ਵੰਡੇ ਨਾ ਜਾਓ, ਇਕੱਠੇ ਹੋ ਜਾਓ, ਇੱਕ ਧੜੇ ਥੱਲੇ ਹੋ ਜਾਓ, ਆਪਾਂ ਨੂੰ ਇਹਦੇ ਵਿੱਚੋਂ ਨਾ ਸਾਡੇ ਇਤਿਹਾਸ 'ਚੋਂ ਸਮਝਣਾ ਪਊਗਾ ਕੁਛ। ਆਪਣੇ ਇਤਿਹਾਸ ਦੇ ਵਿੱਚ ਵੇਖੋ, ਜਦੋਂ ਸਾਡੀ ਸ਼ਕਤੀ ਬਹੁਤ ਘੱਟ ਸੀ ਤਾਂ ਅਸੀਂ ਤਕਰੀਬਨ 66 ਜਾਂ 70 ਧੜਿਆਂ ਦੇ ਵਿੱਚ ਵੰਡੇ ਹੋਏ ਸੀ। ਮਿਸਲ ਕਾਲ ਦੀ ਗੱਲ ਕਰਦਾ ਮੈਂ ਕਿ 66 ਜਾਂ 70 ਧੜੇ ਸੀ, ਉਹ ਅੱਡ ਅੱਡ ਜਗ੍ਹਾ ਆਪਰੇਟ ਕਰ ਰਹੇ ਸੀ। ਠੀਕ ਹੈ ਜੀ। ਫਿਰ ਸਮਾਂ ਆਇਆ, ਥੋੜ੍ਹੇ ਜਿਹੇ ਆਪਾਂ ਤਾਕਤਵਰ ਹੋਏ ਤਾਂ 11 ਮਿਸਲਾਂ ਬਣ ਗਈਆਂ ਜੀ। ਠੀਕ ਹੈ। ਉਹ ਮਿਸਲਾਂ 11 ਰਹੀਆਂ। ਹੁਣ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਨਾ ਕਿ ਉਹ ਮਿਸਲਾਂ ਦੇ ਵਿੱਚ ਕੋਈ ਵੰਡ ਸੀ, ਉਹਨਾਂ 'ਚ ਇੱਕ ਸੁਰਤਾ ਸੀ। ਉਵੇਂ ਇੱਕ ਤੰਦ ਆ ਜਿਹੜੀ ਇਹ ਸਾਰੇ ਧਰਨਿਆਂ ਨੂੰ ਕਨੈਕਟ ਕਰਦੀ ਹੈ। 150 ਧਰਨਾ ਕਿਤੇ ਵੀ, ਉਹ ਕਿਸੇ ਭੂਗੋਲਿਕ ਖੇਤਰ 'ਚ ਬੈਠਾ ਹੈ, ਕੋਈ ਕਿਤੇ ਬੈਠਾ ਹੈ। ਇਹਦਾ ਜੀ ਮੱਖੂ ਸਾਹਿਬ, ਇਹਦੇ ਬਹੁਤ ਐਡਵਾਂਟੇਜਸ ਆ। ਜਦੋਂ ਤੁਸੀਂ ਕਮਜ਼ੋਰ ਹੁੰਦੇ ਹੋ ਤੇ ਤੁਸੀਂ ਜਰਵਾਣਾ ਤਕੜਾ ਹੁੰਦਾ ਹੈ, ਤਾਂ ਆਮ ਤੌਰ 'ਤੇ ਕਿਹਾ ਜਾਂਦਾ ਵੀ ਇਕੱਠਾ, ਜਦੋਂ ਸੰਘਰਸ਼ ਇਕੱਠਾ ਹੋਵੇ, ਕਿ ਹਿੱਟ ਦੀ ਹੈਡ ਐਂਡ ਬੋਡੀ ਵਿਲ ਫਾਲ ਡਾਊਨ। ਉਹਦੇ ਵਿੱਚ ਕੀ ਹੁੰਦਾ ਹੈ ਕਿ ਹਿੱਟ ਦੀ ਹੈਡ ਦਾ ਭਾਵ ਹੁੰਦਾ ਹੈ ਕਿ ਤੁਸੀਂ ਬਰਗਾੜੀ ਮੋਰਚੇ 'ਚ ਵੀ ਵੇਖਿਆ, ਆਪਾਂ ਕਿੰਨੇ ਇਕੱਠੇ ਹੋ ਗਏ ਇੱਕੋ ਜਗ੍ਹਾ। ਠੀਕ ਹੈ। ਤੇ ਉਹ ਮੋਰਚਾ ਆਪਾਂ ਉਹਨੂੰ ਸਫਲ ਨਹੀਂ ਗਿਣਦੇ, ਬਿਕੋਜ਼ ਉਹਨਾਂ ਨੇ ਹੈਡ ਹਿੱਟ ਕਰਤਾ ਉੱਥੇ, ਤੇ ਖਿੜ ਖਿਲਰ ਗਈ। ਜੇ ਤੁਸੀਂ ਸਪਰੈਡ ਆਊਟ ਹੋਵੋਗੇ, ਠੀਕ ਹੈ, ਜਿਹਨੂੰ ਆਮ ਤੌਰ 'ਤੇ ਗੁਰੀਲਾ ਸਟ੍ਰੈਟਜੀ 'ਚ, ਜਾਂ ਅੱਜ ਕੱਲ੍ਹ ਜਿਹਨੂੰ ਤੁਸੀਂ ਕਹਿੰਦੇ ਹੋ, ਜੇ ਮੈਂ ਵਾਰਫੇਅਰ ਦਾ ਐਗਜ਼ਾਮਪਲ ਦੇਵਾਂ, ਤੁਹਾਨੂੰ ਆਕਟੋਪਸ ਸਟਰਕਚਰ ਕਹਿੰਦੇ ਹੈਗੇ ਆ, ਟੈਟਰਾਹੈਡਰਲ, ਮਲਟੀਹੈਡਰਲ ਸਟਰਕਚਰ। ਮਲਟੀਹੈਡਰਲ 'ਚੋਂ ਕਿੰਨੇ ਕੁ ਸਿਰਾਂ ਨੂੰ ਖਤਮ ਕਰੂਗਾ ਤੁਹਾਡਾ ਜਰਵਾਣਾ, ਕਿੰਨਿਆਂ ਕੁ ਨੂੰ ਖਰੀਦ ਲੂ, ਕਿੰਨਿਆਂ ਕੁ ਨੂੰ ਬਾਈ ਆਊਟ ਕਰ ਲੂ। ਸੋ ਤੁਸੀਂ ਜੇ ਮਲਟੀਹੈਡਡ ਰਹੋਗੇ ਤਾਂ ਤੁਹਾਡੀ ਲੜਾਈ ਬੜੀ ਸੋਹਣੀ ਤਰੀਕੇ ਨਾਲ ਚੱਲਦੀ ਰਹੂਗੀ। ਕੰਟੀਨਿਊਸ ਪ੍ਰੈਸ਼ਰ ਕੰਟੀਨਿਊ ਬਰਾਬਰ ਪੈ ਰਿਹਾ, ਸਭ ਦਾ ਮਿਲ ਕੇ ਪੈ ਰਿਹਾ ਹੈ। ਪਰ ਕੋਈ ਇੱਕ ਬੰਦਾ ਇੰਨਾ ਇੰਪੋਰਟੈਂਟ ਨਹੀਂ ਗਾ ਸਾਰੀ ਲੜਾਈ ਦੇ ਵਿੱਚ ਕਿ ਉਹ ਸਾਰੀ ਲੜਾਈ ਨੂੰ ਸੈਬੋਟੇਜ ਕਰਕੇ, ਜਾਂ ਹਾਈਜੈਕ ਕਰਕੇ, ਜਾਂ ਡਰ ਕੇ, ਜਾਂ ਕਿਸੇ ਲਾਲਚ 'ਚ ਆ ਕੇ, ਜਾਂ ਗਲਤ ਵੈਸੇ ਹੀ ਉਹਦੇ ਬੁੱਧ ਕਿਤੇ ਉਸ ਤਰੀਕੇ ਨਾਲ ਚਲੀ ਜਾਏ ਕਿ ਸਿੰਸੀਅਰ ਹੁੰਦੇ ਹੋਏ ਵੀ ਗਲਤ ਡਿਸੀਜਨ ਲੈ ਜਾਏ, ਤਾਂ ਇਹਨੂੰ ਕੋਈ ਫਰਕ ਪੈ ਜਾਊ। ਕੋਈ ਫਰਕ ਨਹੀਂ ਪੈਣ ਲੱਗਾ। ਇਹ ਯੁੱਧ ਚੱਲਦਾ ਰਹੂਗਾ। ਜਦੋਂ ਤੁਸੀਂ ਕਮਜ਼ੋਰ ਹੋ, ਤੁਹਾਡਾ ਜਰਵਾਣਾ ਤਕੜਾ ਹੈ, ਉਦੋਂ ਇਹ ਸਿਮੈਟ੍ਰਿਕ, ਚਾਹੇ ਵਾਇਲੈਂਟ ਆ ਤੇ ਚਾਹੇ ਨਾਨ ਵਾਇਲੈਂਟ ਲੜਾਈ ਆ, ਉਹ ਮਲਟੀਪਲ ਹੈਡਡ ਹੋਣੀ ਚਾਹੀਦੀ ਆ। ਉਹ ਸਿੰਗਲ ਹੈਡਡ ਹੋਣਾ ਨੁਕਸਾਨ ਆ। ਬਿਊਟੀ ਇਸ ਗੱਲ ਦੀ ਆ, ਸੁੰਦਰਤਾ ਇਸ ਗੱਲ ਦੀ ਆ ਕਿ ਇਹ ਚਾਹੇ 3 ਲੱਗ ਜਾਣ, ਚਾਹੇ 150 ਲੱਗ ਜਾਣ, ਤੁਸੀਂ ਘੁੰਮ ਕੇ ਵੇਖ ਲਓ, ਸਾਰਿਆਂ ਦੇ ਵਿੱਚੋਂ ਇੱਕੋ ਆਵਾਜ਼ ਆ ਜੀ, ਇੱਕੋ ਇਕਸਾਰਤਾ। ਇੱਕ ਤਾਂ ਕਿਸਾਨੀ ਦੀ, ਦੂਜੀ ਚਾਹੇ ਤੁਸੀਂ ਕਾਮਰੇਡਾਂ ਦੇ ਮੋਰਚੇ 'ਤੇ ਜਾਂਦੇ ਰਹੋ ਜੀ,
ਗਾਤਰੇ ਵਾਲਾ ਮੁੰਡਾ ਲੈਕਚਰ ਦਿੰਦਾ ਹੋਊਗਾ ਤੇ ਉਹ ਖੁਦ ਮੁਖਤਾਰੀ ਦੀ ਗੱਲ ਕਰਦਾ ਹੋਊਗਾ, ਉਹ ਸੰਤਾਂ ਦੀ ਤੇ 84 ਦੀ ਗੱਲ ਵੀ ਕਰਦਾ ਹੋਊਗਾ। ਸੋ ਇਹ ਚੀਜ਼ ਇਹਦੇ ਵਿੱਚੋਂ ਉੱਭਰ ਕੇ ਆਈ ਹੈ। ਇਸ ਪੋਜ਼ਿਟਿਵ ਨੂੰ ਵੇਖਣਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ। ਪਰ ਇਸ ਮੋਰਚੇ ਦੇ ਵਿੱਚ ਜਦੋਂ ਬਾਬਾ ਜਰਨੈਲ ਸਿੰਘ ਦੀ ਗੱਲ ਕੀਤੀ ਜਾਂਦੀ, ਜਿਵੇਂ ਤੁਸੀਂ ਸੰਤਾਂ ਦਾ ਨਾਮ ਲਿਆ ਆ, ਤੁਸੀਂ ਗਾਤਰੇ ਦਾ ਨਾਮ ਲਿਆ ਆ, ਤੁਸੀਂ ਖੁਦ ਮੁਖਤਿਆਰੀ ਦੀ ਗੱਲ ਕੀਤੀ ਹੈ, ਤੇ ਕੁਝ ਲੋਕ ਇਹਨੂੰ ਰੰਗਤ ਹੋਰ ਵੀ ਦਿੰਦੇ ਹੋਣਗੇ ਵੀ ਇਹ ਵੱਖਵਾਦੀ ਸੋਚ ਵਾਲੇ ਨੇ, ਇਹ ਖਾੜਕੂ ਸੋਚ ਵਾਲੇ ਨੇ, ਹੋ ਸਕਦਾ ਕੱਲ ਨੂੰ UAPA ਲਾਉਣ ਦੀਆਂ ਗੱਲਾਂ ਵੀ ਚੱਲ ਪੈਣ। ਨਹੀਂ, ਇਹ ਜੀ ਕੋਈ ਗੱਲ ਨਹੀਂ। ਵੇਖੋ, ਇਹ ਕਹਿਣਾ ਕਿ ਵੀ ਇਹ ਸਿੰਬਲਿਜ਼ਮਸ ਆ, ਠੀਕ ਹੈ, ਇਹ ਸਿੰਬਲਿਜ਼ਮਸ ਕੀ ਆ ਕਿ ਵੀ ਜਦੋਂ ਸਾਡੇ ਤੇ ਐ ਪ੍ਰੈਸ਼ਰ ਪਿਆ ਤਾਂ ਵੀ ਜਿਹੜੇ ਸਾਡੇ ਸਿੰਬਲਸ ਆ ਜਿਨ੍ਹਾਂ ਨੇ ਇਹਨੂੰ ਰੈਜ਼ਿਸਟ ਕੀਤਾ ਉਹ ਆਉਂਦੇ ਆ। ਇਹਦੇ 'ਚ ਕੋਈ ਵਾਇਲੈਂਸ ਵਾਲੀ ਗੱਲ ਤਾਂ ਕੋਈ ਵੀ ਨਹੀਂ ਕਰਦਾ ਪਿਆ, ਠੀਕ ਹੈ ਨਾ ਜੀ। ਮਤਲਬ ਗਾਤਰਾ ਜਿਹੜਾ ਹੈਗਾ ਉਹ ਸਿੱਖ ਦਾ ਇੱਕ ਕਕਾਰ ਆ, ਸਾਡੇ ਕੋਲ ਕਾਨੂੰਨੀ ਅਧਿਕਾਰ ਵੀ ਹੈ, ਕਾਨੂੰਨੀ ਅਧਿਕਾਰ ਆ ਪਾਉਣ ਦਾ। ਤਾਂ ਇਹਦੇ ਤੇ UAPA ਵਾਲੀ ਕੋਈ ਗੱਲ ਹੀ ਨਹੀਂ ਜੀ। ਤੇ ਉਹ ਤੁਸੀਂ ਆਪਦੇ ਪਾਸਟ ਸਿੰਬਲਸ ਨੂੰ ਐਡਰੈਸ ਤਾਂ ਕਰੋਗੇ, ਠੀਕ ਹੈ। ਉਹ ਲੋਕ ਜਿਹੜੇ ਹਿਸਟਰੀ 'ਚ ਰੈਜ਼ਿਸਟੈਂਸ ਦੇ ਅੱਗੇ ਖੜੇ ਹੋਏ ਆ, ਹੈ ਉਹਨਾਂ ਦਾ ਨਾਂ ਤਾਂ ਆਊਗਾ ਹੀ ਆਊਗਾ ਅੱਗੇ, ਉਹਨਾਂ ਗੱਲਾਂ ਆਉਣਗੀਆਂ ਅੱਗੇ। ਤੇ ਇਹ ਤਾਂ ਸਗੋਂ ਮੇਰੇ ਹਿਸਾਬ ਨਾਲ ਤਾਂ ਇਹ ਕੇਂਦਰ ਨੂੰ ਸਮਝਣਾ ਚਾਹੀਦਾ ਹੈ ਕਿ ਵੀ ਜੇ ਲੋਕ ਇੰਨੇ ਵੱਡੀ ਮਾਤਰਾ 'ਚ ਇਹ ਗੱਲ ਕਰ ਰਹੇ ਆ ਤਾਂ ਵੀ ਇਹਨਾਂ ਦਾ ਕੋਈ ਕਿਤੇ ਵੀ ਦੁਖਦੀ, ਇਹ ਜੇ ਕਹਿੰਦੇ ਆ ਵੀ ਦੇਸ਼ ਆ, ਹੈ ਨਾ, ਜਿਵੇਂ ਕਹਿੰਦੇ ਵੀ ਆਪਾਂ ਇੱਕੋ ਆ, ਹੈ ਨਾ, ਤੇ ਇੱਕੋ ਆ ਤਾਂ ਭਰਾ ਕਿੱਥੇ ਤੇਰਾ ਦੁੱਖ ਆ, ਕਿੱਥੇ ਤੇਰਾ ਦਰਦ ਆ, ਸਾਨੂੰ ਉਹ ਦੱਸ, ਠੀਕ ਆ। ਉਹਦਾ ਹੱਲ ਕੱਢਣ, ਨਾ ਕਿ ਇਹ ਕਹੋ ਕਿ ਵੀ ਇਹ ਤਾਂ ਗਲਤ ਹੋ ਗਿਆ ਜਾਂ ਉਹ ਹੋ ਗਿਆ, ਠੀਕ। ਪਰ ਮੈਨੂੰ ਲੱਗਦਾ ਨਹੀਂ ਕੋਈ ਲੋਕਾਂ 'ਚ ਬਹੁਤ ਸੂਝ-ਬੂਝ ਆ, ਲੀਡਰਸ਼ਿਪ 'ਚ ਵੀ ਬਹੁਤ ਸੂਝ-ਬੂਝ ਆ, ਕੋਈ ਵਾਇਲੈਂਸ ਵਾਲੇ ਪਾਸੇ ਜਾਂ ਉਸ ਪਾਸੇ ਨਹੀਂ ਜਾਣ ਦੀ ਚਾਂਸ ਹੈ। ਜਿਵੇਂ ਇਸ ਸਮੇਂ ਦੇ ਉੱਪਰ ਕੁਝ ਪੱਤਰਕਾਰ ਆ ਰਹੇ ਨੇ ਜਿਨ੍ਹਾਂ ਦਾ ਕਾਫੀ ਵਿਰੋਧ ਵੀ ਹੋਇਆ ਔਰ ਹੋਣਾ ਵੀ ਚਾਹੀਦਾ ਆ, ਜਿਹੜੇ ਅਨਪੜ੍ਹ ਕਿਸਾਨ, ਮੰਨ ਲਓ ਘੱਟ ਪੜ੍ਹਿਆ ਹੋਇਆ, ਜਿਹਨੂੰ ਬਿੱਲਾਂ ਬਾਰੇ ਨਹੀਂ ਪਤਾ, ਸਿਰਫ ਇਹਨਾਂ ਕੋਲ ਪਤਾ ਵੀ ਸਾਡੇ ਹੱਕ ਦੇ ਵਿੱਚ ਨਹੀਂ ਜਾਂਦੇ, ਉਹ ਜਜ਼ਬਾਤੀ ਹੋ ਕੇ ਆ ਗਿਆ, ਜਾਣਬੁੱਝ ਕੇ ਉਹਦੇ ਕੋਲ ਮਾਈਕ ਕਰਕੇ ਕਹਿੰਦੇ ਆ ਵੀ ਦੱਸੋ ਬਾਪੂ ਜੀ ਇਹ 3 ਕਿਹੜੇ ਬਿੱਲ ਪਾਸ ਹੋਏ ਨੇ, ਇਹ ਜਿਹੜਾ ਕਾਨੂੰਨ ਬਣ ਗਿਆ ਇਹਨਾਂ ਦਾ ਨਾਂ ਕੀ ਹੈ, ਤੁਹਾਨੂੰ ਫਾਇਦਾ ਕੀ ਹੈ, ਤੁਹਾਨੂੰ ਨੁਕਸਾਨ ਕੀ? ਉਹ ਕਹਿੰਦਾ ਮੈਨੂੰ ਨਹੀਂ ਜੀ ਪਤਾ, ਕਹਿੰਦੇ ਆਹ ਦੇਖ ਲਓ ਜੀ ਆਹ ਇੱਥੇ ਆ। ਤੁਹਾਨੂੰ ਲੱਗਦਾ ਨਹੀਂ ਕਿ ਇਸ ਸਮੇਂ ਦੇ ਉੱਪਰ ਪਹਿਲੀ ਤਾਂ ਗੱਲ ਇਹ ਹੈ ਵੀ ਜਿਹੜੇ ਉਸ ਵੇਲੇ ਸਟੇਜ ਦੇ ਉੱਪਰ ਨੇ, ਮੁੱਖ ਬੁਲਾਰੇ ਨੇ, ਜਿਹੜੇ ਇਹਨਾਂ ਨੂੰ ਉਸ ਵੇਲੇ ਲੀਡ ਕਰਦੇ ਪਏ ਨੇ, ਇੰਝ ਕਹਿ ਲਈਏ ਵੀ ਸਾਰਾ ਪ੍ਰੋਗਰਾਮ ਮੈਨੇਜ ਕਰਦੇ ਨੇ, ਮਾਈਕ ਸਿਰਫ ਉਹਨਾਂ ਦੇ ਅੱਗੇ ਹੀ ਕਰਨਾ ਚਾਹੀਦਾ ਆ, ਔਰ ਜਿਹੜੇ ਸਟੇਜ ਦੇ ਉੱਪਰ ਨੇ ਉਹਨਾਂ ਦਾ ਵੀ ਫਰਜ਼ ਬਣਦਾ ਵੀ ਐਸਾ ਕੁਝ ਡਿਲੀਵਰ ਕਰਨਾ ਵੀ ਜਿਹੜੇ ਸਾਡੇ ਸਾਹਮਣੇ ਬੈਠੇ ਨੇ, ਜੋ ਸਾਡੇ ਅੰਦਰ ਖਿਆਲਾਤ ਨੇ, ਅਸੀਂ ਉਹਨਾਂ ਦੇ ਅੰਦਰ ਭਰ ਦੇਣੇ ਨੇ। ਇਹਦੇ ਬਾਰੇ ਕੀ ਖਿਆਲ ਹੈ? ਦੇਖੋ ਜੀ, ਕੋਈ ਵੀ ਨੌਲੇਜ ਆ ਜਾਂ ਰੈਜ਼ਿਸਟੈਂਸ ਆ, ਹੁਣ ਤੁਸੀਂ ਮੈਨੂੰ ਕੋਈ ਬਹੁਤ ਡੀਪ ਆਰਡੀਨੈਂਸ ਦਾ ਸਵਾਲ ਪੁੱਛੋ ਜਿਹੜਾ ਲੀਗਲ ਫਰੇਮਵਰਕ 'ਚ ਹੋਵੇ, ਹੈ ਨਾ, ਤਾਂ ਮੈਂ ਸ਼ਾਇਦ ਨਹੀਂ ਤੁਹਾਨੂੰ ਜਵਾਬ ਦੇ ਸਕੂੰਗਾ, ਬਿਕੋਜ਼ ਉਹ ਲੀਗਲ ਡੋਮੇਨ ਆ ਉਹਦਾ। ਕੋਈ ਉਹਦਾ ਇੰਡਸਟਰੀਅਲ ਡੋਮੇਨ ਹੋਵੇ ਕਿ ਐਗਰੀਕਲਚਰ ਵਾਲੇ ਪਾਸੇ ਉਹਦਾ ਕੀ ਇੰਪੈਕਟ ਹੋਊਗਾ, ਉਹ ਇੱਕ ਐਗਰੀਕਲਚਰ ਸਾਇੰਟਿਸਟ ਦੇ ਸਕਦਾ। ਉਹ ਤਾਂ ਇੱਕ ਕਮੇਟੀਆਂ ਹੁੰਦੀਆਂ ਵੱਡੇ ਵੱਡੇ ਮਸਲਿਆਂ ਵਾਸਤੇ, ਉਹ ਆਪ ਵੀ ਕੋਈ ਉਹਨਾਂ 'ਚੋਂ ਪੂਰਨ ਨਹੀਂ ਹੁੰਦਾ। ਲੋਕਾਂ ਨੂੰ ਫਿਰ ਉਹਨੂੰ ਸਿੰਪਲ ਟਰਮਸ 'ਚ ਦੱਸਿਆ ਜਾਂਦਾ। ਹੁਣ ਉਹ ਆਰਡੀਨੈਂਸਿਸ ਜਾਂ ਲਾਜ਼ ਜਿਹੜੇ ਹੁੰਦੇ ਉਹਨਾਂ ਦੇ ਨਾਂ ਬੜੇ ਲੰਬੇ ਲੰਬੇ, ਐਸੈਂਸ਼ੀਅਲ ਕਮੋਡਿਟੀਜ਼ ਫਲਾਨਾ ਐਕਟ, ਸਬਜੈਕਟ ਟੂ ਫਲਾਨਾ ਐਕਟ, ਹੈ ਨਾ, ਤੁਹਾਨੂੰ ਮੈਨੂੰ ਵੀ ਯਾਦ ਨਹੀਂ ਹੋਣੇ, ਠੀਕ ਆ। ਜੇ ਉਹ ਕਹਿਣਾ ਵੀ ਇਹਨੂੰ ਇਹ ਨਹੀਂ ਪਤਾ ਤਾਂ ਪਤਾ, ਤੇ ਐਂ ਕਰੋ ਉਹ ਜਿਹੜੇ ਪੱਤਰਕਾਰ ਆਉਂਦੇ ਉਹਨਾਂ ਨੂੰ ਆਪਾਂ 5 ਮਿੰਟ ਸਵਾਲ ਪੁੱਛ ਲੈਂਦੇ, ਬਈ ਤੈਨੂੰ ਕਿੰਨਾ ਕੁ ਪਤਾ, ਤੈਨੂੰ ਹੀ ਪੁੱਛ ਲੈਂਦੇ ਆ, ਠੀਕ ਆ। ਇਹ ਬਹੁਤ ਡੂੰਘੀ ਗੱਲ ਆ ਮੱਖੂ ਸਾਹਿਬ। ਇਹ ਲਾਜ਼ ਨੂੰ ਵੀ ਇਕੱਲਾ ਪਤਾ ਹੋਣ ਨਾਲ ਵੀ ਸਫੀਸ਼ੀਐਂਟ ਨਹੀਂ। ਇਹ ਲਾਜ਼ ਲਾ ਰਹੇ ਸੀ ਜੇ ਤਾਂ ਇਹ ਟੋਟਲ ਸੋਧ ਕਰਦੇ ਆਪਦੇ ਕੰਪਨੀ ਲਾਜ਼ 'ਚ ਵੀ, ਕੰਪਨੀ ਲਾਜ਼ 'ਚ ਸੋਧ ਕਰਦੇ ਤਾਂ ਸਾਡਾ ਇੰਨਾ ਡਾਇਸਪੋਰਾ ਬਾਹਰ ਬੈਠਾ, 3-3 4-4 ਹਜ਼ਾਰ ਏਕੜ ਜ਼ਮੀਨਾਂ ਵਾਲੇ, 10-10 ਹਜ਼ਾਰ ਏਕੜ ਜ਼ਮੀਨਾਂ ਵਾਲੇ ਬੈਠੇ ਆ ਸਾਡੇ, ਜਿਨ੍ਹਾਂ ਦਾ ਨਿੱਤ ਦਾ ਉੱਥੋਂ ਦੀ ਇੰਡਸਟਰੀ ਨਾਲ, ਉੱਥੋਂ ਦੇ ਬ੍ਰੋਕਰਸ ਨਾਲ ਵਾਹ ਹੈ, ਠੀਕ ਆ। ਅਸੀਂ ਉਹਨਾਂ ਨੂੰ ਸਮਾਂ ਦਿੰਦੇ, ਇਹ ਅਦਾਨੀ ਅੰਬਾਨੀ ਦੇ ਸੀਲੋਜ਼ ਇੱਥੇ ਲੱਗਣ ਦੀ ਬਜਾਏ ਹੈ, ਅਸੀਂ ਆਪਦੇ ਉਸ ਡਾਇਸਪੋਰਾ ਨਾਲ ਕੰਟੈਕਟ ਕਰਦੇ ਹੋ, ਅਸੀਂ ਉਹ ਫਸਲਾਂ ਬੀਜਦੇ ਆ ਇੱਥੇ ਜਿਹੜੀਆਂ ਵਰਲਡ ਵਾਈਡ ਵਿਕਦੀਆਂ। ਸਾਨੂੰ ਇਹ ਫੇਰ ਆ ਜਾਂਦੇ ਅਦਾਨੀ ਅੰਬਾਨੀ, ਅਸੀਂ ਟੱਕਰਦੇ ਇਹਨਾਂ ਨਾਲ। ਸਾਡਾ ਬਥੇਰਾ ਡਾਇਸਪੋਰਾ ਬੈਠਾ, ਉਹਨਾਂ 'ਚੋਂ ਸਕਿਲਡ ਮੁੰਡੇ ਆ ਬੜੇ, ਇਸ ਇੰਡਸਟਰੀ 'ਚ ਸਕਿਲਡ ਆ, ਉਹਨਾਂ ਦੇ ਕੰਟੈਕਟਸ ਆ ਬਾਹਰਲੀ ਇੰਡਸਟਰੀ 'ਚ, ਠੀਕ ਆ। ਉਹਨਾਂ ਨੂੰ ਪਤਾ ਹੈ ਕੈਲੀਫੋਰਨੀਆ 'ਚੋਂ ਬਦਾਮ ਪ੍ਰੋਡਿਊਸ ਕਰਦੇ ਆ, ਰੂਸ 'ਚ ਵੇਚਦੇ ਆ। ਆਸਟ੍ਰੇਲੀਆ 'ਚ ਇੱਕ ਓਸਬੇਰੀ ਨਾਂ ਦੀ ਕੰਪਨੀ ਹੈਗੀ ਆ, ਉਹ ਪੰਜਾਬੀਆਂ ਦੀ ਆ, ਠੀਕ ਹੈ ਜੀ। ਇੱਥੋਂ ਗਏ ਆਂ ਦੀ ਮਾਈਗ੍ਰੇਟ ਹੋ ਕੇ ਉਹਨਾਂ ਨੇ ਕੰਪਨੀ ਕੋਆਪਰੇਟਿਵ ਬਣਾਈ, ਉਹਨਾਂ ਨੇ ਮਲਟੀਨੈਸ਼ਨਲਾਂ ਦੇ ਪੈਰ ਨਹੀਂ ਲੱਗਣ ਦਿੱਤੇ, ਵੱਡੀਆਂ ਦੇ। ਸੋ ਸਾਨੂੰ ਉਹ ਸਮਾਂ ਦਿੰਦੇ, ਸਾਨੂੰ ਟਾਈਮ ਦਿੰਦੇ। ਅਸੀਂ ਹੋ ਸਕਦਾ ਇਹਨਾਂ ਅਦਾਨੀ ਅੰਬਾਨੀ ਕੀ ਇਹਨਾਂ ਨੇ ਉਹਨਾਂ ਦੇ ਪਹਿਲਾਂ ਸੀਲੋ ਬਣਵਾਤੇ, ਉਹਨਾਂ ਦਾ ਸਾਰਾ ਸਟਰਕਚਰ ਬਣਾਤਾ, ਨਬਾਰਡ ਤੋਂ ਉਹਨਾਂ ਨੂੰ ਫੰਡਿੰਗ ਕਰਾਤੀ ਸਸਤੀ, ਆਪਣੇ ਲੋਕਾਂ ਨੂੰ ਪ੍ਰਾਈਵੇਟ ਬੈਂਕਾਂ ਤੋਂ ਕਰਜ਼ੇ ਮਿਲੇ 11% ਤੇ ਉਹਨਾਂ ਨੂੰ 4% ਤੇ ਬਣਾਤੇ ਉਹਨਾਂ ਨੇ। ਫਿਰ ਅਚਾਨਕ ਆਪਾਂ ਨੂੰ ਉਹਨਾਂ ਦੇ ਸ਼ੇਅਰ ਦੇ ਅੱਗੇ ਐ ਪਰੋਸਤਾ ਆਪਾਂ ਨੂੰ ਕਿ ਲੱਖਾ ਮੀਟ ਇਹਨਾਂ ਨੂੰ। ਸੋ ਇਹ ਗੱਲ ਆ, ਇਹ ਪੱਤਰਕਾਰਾਂ ਨੂੰ ਕੱਖ ਨਹੀਂ ਪਤਾ ਹੈ, ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਜੇ ਹੁਣ ਜਿਵੇਂ ਆਮ ਇਹ ਕਹਿ ਦਿੰਦੇ ਆ ਜੀ ਇਹ ਤਾਂ ਕਿਸਾਨ ਆਪਦਾ ਅਨਾਜ ਆਪ ਆਪਦੀ ਮਰਜ਼ੀ ਨਾਲ ਮੁੱਲ ਤੈਅ ਕਰ ਸਕਦਾ, ਮੁੱਲ ਤੈਅ ਕਰ ਸਕਦਾ। ਬੜਾ ਸੋਹਣਾ ਕਾਨੂੰਨ ਲੱਗਦਾ, ਪੇਪਰ ਤਾਂ ਪੜ੍ਹੋਗੇ ਬੜਾ ਵਧੀਆ ਵੀ ਮੁੱਲ ਤੈਅ ਕਰ ਸਕਦਾ। ਤਾਂ ਕੀ ਤੁਸੀਂ ਬਾਕੀ ਕਾਨੂੰਨਾਂ 'ਚ ਕੰਪਨੀ ਲਾਜ਼ 'ਚ ਸੋਧਾਂ ਕੀਤੀਆਂ?
ਕਿ ਵੀ ਸਾਨੂੰ ਸਾਡੇ ਭਰਾ ਜਿਹੜੇ ਬਾਹਰ ਵੈਸਟ 'ਚ ਬੈਠੇ ਆ ਜੋ ਸਾਨੂੰ ਮਦਦ ਕਰਨਾ ਚਾਹੁਣ, ਸਾਡੇ ਤੋਂ ਕੋਈ ਮਾਲ ਖਰੀਦਣਾ ਚਾਹੁਣ, ਖਰੀਦ ਸਕਦੇ ਆ? ਨਹੀਂ ਖਰੀਦ ਸਕਦੇ, ਠੀਕ ਹੈ। ਸਿਰਫ ਅਦਾਨੀ ਅੰਬਾਨੀ ਤੇ ਆ ਇੱਥੋਂ ਦੇ ਆਪਣੇ ਲੋਕਲ ਬਿਜ਼ਨਸਮੈਨ ਖਰੀਦ ਸਕਦੇ ਆ। ਤੇ ਤੁਸੀਂ ਮਾਰਕੀਟ ਉੱਥੋਂ ਉਨੀ ਕੁ ਖੋਲਤੀ ਉਹਨਾਂ ਨੂੰ, ਉਹਨਾਂ ਕੁ ਦੇਦਾ ਜਿਵੇਂ ਤੁਹਾਡੇ ਮੇਰੀ ਬਾਂਹ ਬੰਨ ਦੇਣ ਤੇ ਦੂਜੇ ਭਲਵਾਨ ਨਾਲ ਲੜਾ ਦੇਣ, ਵੀ ਖੋਲਣ ਸਾਡੀਆਂ ਬਾਹਾਂ ਵੀ, ਸਾਨੂੰ ਆਪੇ ਲੈ ਆਉਣਗੇ, ਸਾਨੂੰ ਕੱਢ ਲੈਣਗੇ, ਕਿਹੜੇ ਅਸੀਂ ਧੱਕ ਲਾਂਗੇ ਇਹਨਾਂ ਨੂੰ ਅੱਗੇ। ਤਾਂ ਇਹ ਪ੍ਰੋਬਲਮ ਹੈ। ਲਾਜ਼ ਨੂੰ ਇੱਕ ਬਾਇਸਡ ਲਾਜ਼ ਬਣੇ ਆ, ਕੋਈ ਉਹਨਾਂ 'ਚ ਰੈਗੂਲੇਟਰੀ ਫਰੇਮਵਰਕ ਨਹੀਂ, ਕਿਸੇ ਨਾਲ ਠੱਗੀ ਹੋ ਜਾਏ। ਇੱਕ ਪੈਨ ਕਾਰਡ ਦੇ ਉੱਤੇ ਵੀ ਮੈਂ ਆ ਢਾਈ ਚੱਕ ਕੇ ਲੈ ਜਾਣਾ, ਉਹਦੇ ਬਾਅਦ ਪੈਨ ਕਾਰਡ ਜੱਟ ਦੇ ਪੱਲੇ ਰਹਿ ਜੂ, ਲੱਭਦਾ ਫਿਰ ਉਹਨੂੰ ਬਿਹਾਰ 'ਚੋਂ ਜਾਂ ਕਿਤੇ ਮਹਾਰਾਸ਼ਟਰ 'ਚ ਜਾ ਕੇ ਵੀ ਕਿਹੜਾ ਪੈਨ ਕਾਰਡ ਫੜਾ ਗਿਆ ਮੈਨੂੰ। ਸੋ ਇਹ ਬਾਇਸਡ ਲਾਜ਼ ਆ, ਇਹ ਪੱਤਰਕਾਰਾਂ ਨੂੰ ਵੀ ਪਤਾ ਹੈ। ਇਹ ਹੁਣ ਡਰਾਮਾ ਇੰਨੇ ਲੋਕਾਂ ਨੂੰ, ਵੇਖੋ ਹਰੇਕ ਬੰਦੇ ਨੂੰ, ਹਰੇਕ ਬਜ਼ੁਰਗ ਨੂੰ, ਹਰੇਕ ਨੂੰ, ਜਾਂ ਮੈਨੂੰ ਵੀ ਐ ਬਰੀਕੀਆਂ ਨਹੀਂ ਪਤਾ ਹੋ ਸਕਦੀਆਂ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਛੋਟਾ ਜੀ। ਪੰਜਾਬ ਦਾ ਜਿਹੜਾ ਟਮਾਟਰ ਆ, ਸਦਰਨ ਪੰਜਾਬ ਦਾ ਟਮਾਟਰ ਆ ਜਿਹੜਾ, ਉਹ ਵਰਲਡ ਦੇ ਵਿੱਚ ਇੱਕ ਐਕਸੈਪਸ਼ਨਲ ਟਮਾਟਰ ਆ, ਠੀਕ ਹੈ ਜੀ। ਕਿਸੇ ਨੇ ਵੀ ਜੇ ਸੌਸ ਬਣਾਉਣੀ ਆ ਤਾਂ ਉਹ ਟਮਾਟਰ ਦੀ ਬਣੇ ਤਾਂ ਉਹਦੇ ਵਰਗੀ ਗੱਲ ਹੀ ਕੋਈ, ਉਹ ਮਿਲਦਾ ਹੀ ਨਹੀਂ ਉਹ ਜਿਹਾ ਟਮਾਟਰ। ਅੱਛਾ ਜੀ, ਠੀਕ ਹੈ। ਪਰ ਕੀ ਅਸੀਂ ਆਪਦੇ ਕਿਸਾਨਾਂ ਨੂੰ ਉਹ ਟਮਾਟਰ ਦਾ ਮੁੱਲ ਦਿੰਦੇ ਆ? ਨਹੀਂ ਦਿੰਦੇ। ਉਹ ਟਮਾਟਰ ਲਿਆ ਜਾਂਦਾ ਹੈ, ਉਹਨੂੰ ਪ੍ਰੋਸੈਸ ਕੀਤਾ ਜਾਂਦਾ ਹੈ, ਤੇ ਉਹਨੂੰ ਮਾੜੇ ਟਮਾਟਰ ਨਾਲ ਚੀਨ ਦੇ ਵਿੱਚੋਂ ਉਹਨੂੰ 5% ਪਾ ਕੇ ਤੇ ਸੌਸ ਮਹਿੰਗੀ ਵੇਚੀ ਜਾਂਦੀ ਹੈ। ਹੀਨਜ਼ ਵਰਗੀਆਂ ਕੰਪਨੀਆਂ ਹੈ ਜਿਹੜੀਆਂ ਸਾਰਾ ਟਮਾਟਰ ਉਹ ਯੂਜ਼ ਕਰਕੇ ਵੇਚਦੀਆਂ, ਪਰ ਸਾਡੇ ਕਿਸਾਨ ਨੂੰ ਤਾਂ ਮੁੱਲ ਨਹੀਂ ਮਿਲਦਾ। ਜੇ ਸਾਨੂੰ ਖੋਲ ਦੇਣ, ਸਾਨੂੰ ਸਾਡੇ ਜਿਹੜੇ ਭਰਾ ਵੈਸਟ 'ਚ ਸਾਡਾ ਐਡਾ ਡਾਇਸਪੋਰਾ ਬੈਠਾ, ਪੱਛਮ 'ਚ ਬੈਠੇ, ਉਹ ਮਦਦ ਕਰਨਾ ਚਾਹੁੰਦੇ, ਉਹਨਾਂ ਦਾ ਦਿਲ ਕਹਿੰਦਾ ਕਿ ਅਸੀਂ ਇਹਨਾਂ ਦੀ ਮਦਦ ਕਰੀਏ, ਉਹ ਸਾਨੂੰ ਸਪੋਰਟ ਦੇਣ ਤਾਂ ਅਸੀਂ ਚੰਗੇ। ਸਾਨੂੰ ਅਦਾਨੀ ਅੰਬਾਨੀ ਭਜਾਉਂਦਿਆਂ ਨੂੰ ਕੀ ਆਪਾਂ ਅਬਦਾਲੀ ਵਰਗੇ ਭਜਾਏ, ਅਦਾਨੀ ਅੰਬਾਨੀ ਭਜਾ ਨਹੀਂ ਸਕਾਂਗੇ ਵਪਾਰ 'ਚ ਆਪਾਂ, ਠੀਕ ਆ। ਉਹਨਾਂ ਨੂੰ ਵਪਾਰ 'ਚ ਭਜਾ ਲਾਂਗੇ ਅਸੀਂ, ਜੇ ਅਸੀਂ ਦੂਜੀ ਤਕਰਾਰ 'ਚ ਭਜਾਇਆ ਤਾਂ ਵਪਾਰ 'ਚ ਵੀ ਭਜਾ ਲਾਂਗੇ। ਜਿੱਥੇ ਬੰਦੇ ਦਾ ਹੌਸਲਾ ਹੈ, ਸਿਆਣੇ ਆ, ਸਾਡੇ ਬਜ਼ੁਰਗ ਵੀ ਬਹੁਤ ਸਿਆਣੇ ਸੀ, ਉਹਨਾਂ ਨੇ ਇਕੱਲੇ ਲੜਾਈ ਦੇ ਜ਼ੋਰ ਤੇ ਨਹੀਂ, ਉਹਨਾਂ ਨੇ ਰਣਨੀਤੀਆਂ ਦੇ ਜ਼ੋਰ ਤੇ ਵੀ ਉਹ ਭਜਾਈ ਸੀ। ਤਾਂ ਅੱਜ ਸਾਨੂੰ ਵਪਾਰ 'ਚ ਰਣਨੀਤੀ ਬਣਾਉਣੀ ਪੈ ਜੂ, ਇੰਨਾ ਹੀ ਫਰਕ ਆ, ਬਣਾ ਲਾਂਗੇ। ਜੇ ਹੁਣ ਆਪਾਂ ਗੱਲ ਕਰੀਏ ਕਿਸਾਨੀ ਦੀ, ਇਸ ਸਮੇਂ ਤੇ ਕਿਸਾਨ ਜਿਹੜਾ ਆ ਆਪਣਾ ਸੜਕਾਂ ਦੇ ਉੱਪਰ ਆ ਗਿਆ, ਪਰ ਕਿਸਾਨੀ ਲੰਮੇ ਸਮੇਂ ਤੋਂ ਮਰਦੀ ਆ ਰਹੀ ਹੈ। ਜਦੋਂ ਇਹ ਬਿੱਲ ਨਹੀਂ ਸੀ ਆਏ ਉਦੋਂ ਵੀ ਕਿਸਾਨੀ ਦਾ ਬੁਰਾ ਹਾਲ ਸੀ, ਪੰਜਾਬ ਦੇ ਵਿੱਚ ਖੁਦਕਸ਼ੀਆਂ ਹੋ ਰਹੀਆਂ ਸੀ। ਇਹਦਾ ਮਤਲਬ ਕਿਸਾਨੀ ਦਾ ਸੁਧਾਰ ਜੇ ਅੱਜ ਬਿੱਲੇ ਵਾਪਸ ਵੀ ਹੋ ਜਾਂਦੇ ਨੇ ਤੇ ਆਪਾਂ ਕਹਾਂਗੇ ਪਹਿਲਾਂ ਜਦੋਂ ਇਹ ਬਿੱਲ ਨਹੀਂ ਸੀ ਉਦੋਂ ਵੀ ਇਹੀ ਹਾਲ ਸੀ, ਫਿਰ ਕਿਸਾਨੀ ਦਾ ਸੁਧਾਰ ਕਿਵੇਂ ਹੋ ਸਕਦਾ ਹੈ? ਪੰਜਾਬ ਦਾ ਕਿਸਾਨ ਖੁਸ਼ਹਾਲ ਕਿਵੇਂ ਹੋ ਸਕਦਾ? ਪੰਜਾਬ ਦੇ ਸਿਰੋਂ ਕਰਜ਼ਾ ਕਿਵੇਂ ਮਗਰੋਂ ਲੈ ਸਕਦਾ? ਦੇਖੋ ਜੀ, ਇਹ ਆਪਾਂ ਗੱਲ ਇਸ ਮੋਰਚੇ 'ਚੋਂ ਕਰ ਰਹੇ ਹਾਂ। ਇਹ ਤਾਂ ਆਪਾਂ ਗੱਲ ਸ਼ੁਰੂ ਕੀਤੀ ਸੀਗੀ ਵੀ ਕੀ ਇਹਨਾਂ ਬਿੱਲਾਂ 'ਚ ਜੇ ਸੋਧਾਂ ਹੋ ਜਾਣ, ਚਲੋ ਮੰਨ ਲਓ ਇਹ ਤਿੰਨੇ ਬਿੱਲ ਰੱਦ ਵੀ ਹੋ ਜਾਂਦੇ, ਠੀਕ ਹੈ ਨਾ, ਇਹ ਹੋ ਜਾਂਦੇ ਤਾਂ ਫਿਰ ਸਾਡਾ ਸੁਧਾਰ ਹੋ ਸਕਦਾ। ਉਨੀ ਦੇਰ ਮਖੂ ਸਾਹਿਬ ਸੁਧਾਰ ਨਹੀਂ ਹੋ ਸਕਦਾ ਜਿੰਨੀ ਦੇਰ ਖੇਤੀਬਾੜੀ ਬਾਰੇ, ਹੋਰ ਇਨਵਾਇਰਮੈਂਟਲ ਲਾਜ਼ ਬਾਰੇ, ਹੋਰ ਚੀਜ਼ਾਂ ਬਾਰੇ, ਪੰਜਾਬ ਦੇ ਲੋਕਾਂ ਦੇ ਹਿੱਤਾਂ ਬਾਰੇ, ਵਪਾਰ ਬਾਰੇ ਫੈਸਲਾ ਲੈਣਾ ਜਿਹੜਾ ਇਹਨੇ ਲੈਣਾ, ਉਹ ਪੰਜਾਬ ਉਹ ਗੈਰ ਨਾ ਹੋਵੇ, ਠੀਕ ਹੈ। ਜੇ ਅਸੀਂ ਫੈਸਲਾ ਲੈਣਾ ਹੋਵੇ ਬੈਠ ਕੇ, ਸਾਡੇ ਕੋਲੇ 20 ਰਾਹ ਹੈ ਇਹਨੂੰ ਸੁਧਾਰਨ ਦੇ। ਅਸੀਂ ਇਹ ਕਹਿ ਸਕਦੇ ਹਾਂ ਕਿ ਆ ਜਿਹੜੀ ਪੰਜਾਬ ਐਗਰੋ ਤੇ ਮਾਰਕਫੈਡ ਲਾਈਆਂ, ਇਹ ਭਾਈ ਇਕੱਲਾ ਝੋਨਾ ਤੇ ਕਣਕ ਚੱਕ ਕੇ ਭਾਰਤ ਨੂੰ ਭੇਜਣ ਵਾਸਤੇ ਤਾਂ ਨਹੀਂ ਲਾਈਆਂ, ਇਹ ਮੱਕੀ ਦੀ ਵੀ MSP ਦੇਣ। ਇਹ ਜੇ LIC ਜਦੋਂ ਸ਼ੇਅਰ ਮਾਰਕੀਟ ਡਿੱਗਦੀ ਆ ਹੈ, ਜਾਂ ਤਾਂ LIC ਉਹਦੇ 'ਚ ਇੰਟਰਵੀਨ ਕਰਦੀ ਹੈ, ਸ਼ੇਅਰ ਮਾਰਕੀਟ ਨੂੰ ਬਚਾ ਕੇ ਦਿੰਦੀ ਹੈ ਨਾ, ਕਿ ਸ਼ੇਅਰ ਖਰੀਦੀ ਹੈ ਫਟਾਫਟ। ਜੇ ਕਰੰਸੀ ਡਿੱਗਦੀ ਆ ਤਾਂ ਰਿਜ਼ਰਵ ਬੈਂਕ ਕਹਿੰਦਾ ਵੀ ਡਿੱਗ, ਉਵੇਂ ਭਾਈ ਸਾਡਾ ਇੱਕ ਪ੍ਰਾਈਸ ਸਟੈਬਲਾਈਜੇਸ਼ਨ ਫੰਡ ਬਣਾਓ। ਜਾਂ ਇਹ ਕੰਪਨੀਆਂ ਜਿਹੜੀਆਂ ਪੰਜਾਬ ਦੀਆਂ ਕੰਪਨੀਆਂ ਜਿਨ੍ਹਾਂ ਦਾ ਕੰਮ ਆ ਫੂਡ ਪ੍ਰੋਸੈਸ ਕਰਨਾ, ਇਹਨਾਂ ਦਾ ਕੰਮ ਇਕੱਲਾ ਪੈਡੀ ਤੇ ਵੀਟ ਖਰੀਦਣਾ ਨਹੀਂ ਸੈਂਟਰਲ ਭਾਰਤ ਵਾਸਤੇ, ਇਹ ਉਸ ਟਾਈਮ ਜਦੋਂ ਮੱਕੀ ਦੀ ਕੀਮਤ ਡਿੱਗਦੀ ਹੈ, ਇਹ ਮੱਕੀ ਖਰੀਦਣ, ਚਾਹੇ 10% ਖਰੀਦਣ, ਉਹਨਾਂ ਕ ਐਕਸਟਰਾ ਜਿਹੜਾ ਮਾਰਕੀਟ 'ਚੋਂ ਖਿੱਚ ਲੈਣ ਤੇ ਆਪੇ ਪ੍ਰਾਈਸ ਸਟੇਬਲਾਈਜ਼ ਹੋ ਜੂਗੀ। ਤੇ ਉਸ ਮੱਕੀ ਦਾ ਕੋਈ ਪ੍ਰੋਡਕਟ ਬਣਾ ਕੇ ਕੁਛ ਕਰਕੇ, ਪੰਜਾਬ ਐਗਰੋ ਹੈਗੀ ਆ, ਮਾਰਕਫੈਡ ਆ ਜਿਹਨੇ ਮਾਰਕੀਟ ਕਰਨੀ ਆ, ਸਾਰਾ ਅਦਾਰੇ ਪਏ ਆ। ਆਪਾਂ ਤਾਂ ਆਪਦੇ ਲੋਕਾਂ ਨੂੰ, ਆਪਾਂ ਤਾਂ ਆਪਦੀਆਂ ਰਾਜ ਸਰਕਾਰਾਂ ਨੂੰ ਪੁੱਛਣ ਦੀ ਲੋੜ ਆ, ਆਪਾਂ ਨੂੰ ਤਾਂ ਸਵਾਲ ਚੱਕਣ ਦੀ ਲੋੜ ਆ। ਸਾਨੂੰ ਲਾਜ਼ ਦੇ ਵਿੱਚ ਜੇ ਕੰਪਨੀ ਲਾਜ਼ ਚੇਂਜ ਕਰ ਦੇਣ ਤਾਂ ਆਪਾਂ ਆਪਦੇ ਵੈਸਟ 'ਚ ਬੈਠੇ ਜਿਹੜੇ ਭਰਾ ਹੈਗੇ ਉਹਨਾਂ ਤੋਂ ਮਦਦ ਲੈ ਸਕਦੇ ਕਿ ਭਾਈ ਸਾਨੂੰ ਦੱਸੋ ਅਸੀਂ ਕੀ ਬੀਜੀਏ ਜਿਹੜਾ ਵਰਲਡ ਮਾਰਕੀਟ 'ਚ ਵਿਕੇ। ਸੋ ਹੱਲ ਬੜੇ ਆ, ਹੱਲ ਕਰਨ ਦੀ ਕਮੀ ਨਹੀਂ। ਇਹ ਸਭ ਤੋਂ ਸੋਹਣੀ ਧਰਤੀ ਆ ਜੀ ਮਖੂ ਸਾਹਿਬ, ਮੈਂ ਦੁਨੀਆ ਘੁੰਮ ਕੇ ਵੇਖੀ ਆ, ਇੰਨੀ ਸੋਹਣਾ ਟੈਂਪਰੇਚਰ, ਇੰਨਾ ਸੋਹਣਾ ਕਲਾਈਮੇਟ, ਇੰਨੀ ਸੋਹਣੀ ਧਰਤੀ ਕਿਤੇ ਹੈ ਨਹੀਂ। ਤੇ ਜੇ ਲੋਕ ਮਜ਼ਬੂਤ ਆ, ਲੋਕਾਂ 'ਚ ਤਾਕਤ ਆ ਕੰਮ ਕਰਨ ਦੀ, ਬਾਹਰ ਜਾ ਕੇ ਉਹ ਕਾਮਯਾਬ ਹੋ ਜਾਂਦੇ ਆ, ਤੇ ਵੀ ਇੱਥੇ ਕੀ ਘਾਟ ਆ? ਇੱਥੇ ਤਾਂ ਆਪਾਂ ਕਰ ਹੀ ਸਕਦੇ ਆ। ਸਾਨੂੰ এনवायरमेंट ਦੇਣ, ਸਾਨੂੰ এনवायरमेंट ਅਲਾਉ ਕਰਨ ਦੇਣ। ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਹ ਇੱਥੋਂ ਵਰਗੀ ਧਰਤੀ, ਇੱਥੋਂ ਵਰਗਾ ਵਾਤਾਵਰਨ ਕਿਤੇ ਨਹੀਂਗਾ, ਪਰ ਜੋ ਇੱਕ ਸਰਕਾਰੀ ਤੌਰ ਤੇ ਵਾਤਾਵਰਨ ਦੇਣਾ ਹੁੰਦਾ ਆ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਇੱਕ ਮਾਹੌਲ, ਸਾਡੀ ਫਸਲ ਆਈ ਹੈ, ਫਸਲ ਚੁੱਕੀ ਗਈ ਹੈ, ਜਾਂ ਜੇ ਕਿਸੇ ਤਰੀਕੇ ਕੁਦਰਤੀ ਤਬਾਹੀ ਹੋ ਗਈ ਹੈ ਤੇ ਸਾਨੂੰ ਉਹਦਾ ਮੁਆਵਜ਼ਾ ਦਿੱਤਾ ਜਾਵੇ। ਜੋ ਪਿੰਡਾਂ ਦੇ ਵਿੱਚ ਅਕਸਰ ਗੱਲ ਕੀਤੀ ਜਾਂਦੀ ਹੈ, ਮੁਆਵਜ਼ੇ ਬੜੇ ਥੋੜ੍ਹੇ ਦਿੱਤੇ ਜਾਂਦੇ ਆ। ਤੇ ਕਈ ਵਾਰ ਤੇ ਮੈਂ ਐਸਾ ਵੀ ਪਿੰਡਾਂ ਵਿੱਚ ਦੇਖਿਆ ਵੀ ਜੇ ਮੰਨ ਲਓ ਇੱਕ ਖੇਤ ਵਿੱਚ ਕੋਈ 50,000 ਦੀ ਫਸਲ ਹੈ,
ਉਹ ਫਸਲ ਬਰਬਾਦ ਹੋ ਗਈ, ਕਿਸੇ ਵੀ ਕਾਰਨ ਕਰਕੇ ਹੋ ਗਈ, ਉੱਥੇ ਪਾਣੀ ਆ ਗਿਆ ਜਾਂ ਕਿਸੇ ਵੀ ਸੇਮ ਆ ਗਈ, ਉੱਥੇ ਮੁਆਵਜ਼ਾ ਦਿੱਤਾ ਜਾਂਦਾ ਹੈ ਵੀ ਤੁਹਾਨੂੰ 1 ਏਕੜ ਦਾ ਦਿੱਤਾ ਜਾਂਦਾ ਮੰਨ ਲਓ 10,000। ਜਿਹੜਾ 10,000 ਵੀ ਦੇਣ ਆਉਂਦਾ ਹੈ ਨਾ, ਉਹ ਵੀ ਪਤਾ ਕੀ ਕਹਿੰਦਾ ਵੀ 2,000 ਮੇਰਾ ਹੋਵੇਗਾ, ਫਿਰ ਤੁਹਾਡਾ ਜਿਹੜਾ ਚੈੱਕ ਅਸੀਂ ਘਟਾ ਦਿੰਦੇ ਆ। ਉਹ ਕੈਸ਼ ਇੱਕ ਵਾਰੀ ਉਹਦੀ ਜੇਬ 'ਚ ਪਾਉਣਾ ਪੈਂਦਾ, ਜਿਹੜਾ ਚੈੱਕ ਉਹ 10,000 ਦਾ ਹੀ ਆਉਂਦਾ ਪਰ 2,000 ਰੁਪਈਆ 1 ਏਕੜ ਮਗਰ ਉਧਰ ਚਲਾ ਗਿਆ, 8,000 ਰੁਪਈਆ ਪਿਆ। ਸੋ ਇਸ ਕਰਕੇ ਕਿਸਾਨ ਬੜੀਆਂ ਥਾਵਾਂ ਤੋਂ ਮਰਦਾ ਪਿਆ। ਇੱਕ ਜਿਹੜਾ ਮਾਹੌਲ ਦੇਣਾ ਚਾਹੀਦਾ ਕਿਸਾਨ ਨੂੰ ਨਹੀਂ ਦਿੱਤਾ ਗਿਆ। ਪਰ ਜੇ ਕਿਸਾਨ ਭਰਾ ਦੀ ਵੀ ਮੈਂ ਗੱਲ ਕਰਾਂ, ਇਹ ਲਘੂ ਉਦਯੋਗ ਕਿਉਂ ਨਹੀਂ ਸ਼ੁਰੂ ਕਰ ਲੈਂਦਾ? ਜੇ ਮੰਨ ਲਓ ਇੱਕ ਮੈਂ ਐਗਜ਼ਾਮਪਲ, ਸਾਡੇ ਦਰਸ਼ਕ ਬੜੇ ਸਿਆਣੇ ਨੇ, ਆਖਰਕਾਰ ਪਿੰਡਾਂ ਦੇ ਵਿੱਚੋਂ ਹੀ ਗਏ ਨੇ, ਖੇਤੀਬਾੜੀ ਕਰਦੇ ਗਏ ਨੇ, ਇਹਨਾਂ ਦੇ ਬਾਪੂਆਂ ਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜ਼ਮੀਨਾਂ ਆਬਾਦ ਕੀਤੀਆਂ ਨੇ, ਸਭ ਕੁਝ ਇਹਨਾਂ ਨੇ ਵੇਖਿਆ। ਔਰ ਕਈ ਤਾਂ ਮੇਰੇ ਐਸੇ ਭਰਾ ਵੀ ਹੋਣਗੇ ਜਿਨ੍ਹਾਂ ਦੇ ਬਾਪੂਆਂ ਨੇ ਜ਼ਮੀਨ ਤੇ ਕਰਜ਼ੇ ਲੈ ਕੇ ਜਹਾਜ਼ੇ ਚਾੜਿਆ। ਮੈਂ ਕਹਿੰਦਾ ਪ੍ਰਦੇਸ਼ਾਂ ਵਿੱਚ ਮੇਰੇ ਭਰਾਵਾਂ ਨੇ ਤਰੱਕੀਆਂ ਕੀਤੀਆਂ ਨੇ, ਮੈਂ ਤੁਹਾਡੀ ਮਿਹਨਤ ਦੀ ਦਾਤ ਦੇਣਾ ਵਾਂ। ਪਰ ਜੇ ਗੱਲ ਕਰਾਂ ਤਾਂ ਕਿਸਾਨ ਨੂੰ ਵੀ ਸਮੇਂ ਦੇ ਨਾਲ ਥੋੜਾ ਸਟ੍ਰੈਟਜੀ ਬਦਲਣੀ ਚਾਹੀਦੀ ਸੀ। ਜਿਵੇਂ ਫਸਲੀ ਚੱਕਰ ਕਰ ਲਿਆ, ਜਿਵੇਂ ਫਸਲ ਦੇ ਵਿੱਚ ਥੋੜੀ ਤਬਦੀਲੀ ਕਰ ਲਈ। ਹਾਂ, ਇੱਕ ਸਵਾਲ ਜ਼ਰੂਰ ਆ ਜਾਂਦਾ ਵੀ ਇਹ ਜਿਹੜੀ ਫਸਲ ਹੈ ਮੈਂ ਅੱਜ ਬੀਜ ਦੇਣਾ ਵਾ, ਇਹਦਾ ਮੰਡੀਕਰਨ ਨਹੀਂ ਹੋਣਾ, ਕਿਸੇ ਨੇ ਚੱਕਣਾ ਨਹੀਂ, ਮੇਰੀ ਬਰਬਾਦ ਹੋ ਜਾਏਗੀ। ਮੈਂ ਮੰਨਦਾ ਮੈਂ ਕਿ ਇਸ ਤਰੀਕੇ ਨਾਲ ਹੋ ਸਕਦਾ, ਪਰ ਉਹਦਾ ਲਘੂ ਉਦਯੋਗ ਉਹਨੂੰ ਆਪਣੇ ਤਰੀਕੇ ਦੇ ਨਾਲ ਪੇਸ਼ ਕਰਕੇ, ਜਿਵੇਂ ਅੱਜ ਕੱਲ੍ਹ ਮੋਦੀਖਾਨੇ ਖੁੱਲ੍ਹੇ ਨੇ, ਉਸ ਤਰੀਕੇ ਦੇ ਨਾਲ ਅਸੀਂ ਆਪ ਉਹਨੂੰ ਮਾਰਕੀਟ ਵਿੱਚ ਲੈ ਕੇ ਆਈਏ। ਕੀ ਗੱਲ ਹੋ ਨਹੀਂ ਸਕਦਾ ਐਸਾ? ਦੇਖੋ ਜੀ, ਦੋਨੇ ਚੀਜ਼ਾਂ, ਤਿੰਨ ਹੱਲ ਆ। ਜਿਵੇਂ ਮੈਂ ਕਿਹਾ, ਇੱਕ ਤਾਂ ਸਟੇਟ ਗਵਰਨਮੈਂਟ ਇੰਟਰਵੇਨ ਕਰਨ ਲੱਗ ਜੇ, ਠੀਕ ਆ, ਉਹ ਇਹ ਕੰਮ ਵਾਸਤੇ ਬਣਾਈਆਂ ਕੰਪਨੀਆਂ ਕਿ ਫਾਰਮਰ ਤੋਂ ਲੈ ਲਈ ਜਾਵੇ ਤੇ ਉਹਨੂੰ ਪ੍ਰੋਫਿਟੇਬਲ ਦੇ ਕੇ ਅੱਗੇ ਦਿੱਤਾ ਜਾਵੇ। ਉਹ ਇਨਐਫੀਸ਼ੀਐਂਸੀ, ਕਰਪਸ਼ਨ ਦੀ ਭੇਂਟ ਚੜ੍ਹ ਗਈ ਹੈ। ਦੂਜਾ ਤਰੀਕਾ ਕੀ ਹੈ ਆਪਣੇ ਕੋਲੇ? ਦੂਜਾ ਤਰੀਕਾ ਸਾਡੇ ਕੋਲੇ ਕਿ ਅਸੀਂ ਕੋਆਪਰੇਟਿਵਸ ਬਣਾ ਲਈਏ, ਠੀਕ ਹੈ ਜੀ। ਕੋਆਪਰੇਟਿਵਸ ਦੇ ਵਿੱਚ ਮੱਖੂ ਸਾਹਿਬ ਲੌਜ਼ ਜਿਹੜੇ ਸੀ ਨਾ, ਉਹ ਬੜੇ ਮਾੜੇ ਸੀ, ਠੀਕ ਆ। ਉਹਦੇ ਤੇ ਆਪਾਂ ਇਕੱਲੇ ਕਿਸਾਨ ਨੂੰ ਜਾਂ ਜਿਹੜੇ ਕੋਆਪਰੇਟਿਵਸ ਬਣਾਉਂਦੇ ਆ ਉਹਨਾਂ ਨੂੰ ਨਹੀਂ ਜ਼ਿੰਮੇਵਾਰ ਠਹਿਰਾ ਸਕਦੇ। ਕੋਆਪਰੇਟਿਵਸ ਵਾਸਤੇ ਵੀ ਮਾਹੌਲ ਸਿਰਜਣਾ ਪੈਂਦਾ, ਉਹ ਸਰਕਾਰਾਂ ਹੀ ਉਹਦੇ ਵਿੱਚ ਮੋਡਰੇਟਰ ਹੁੰਦੀਆਂ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ। ਫਾਰਮਰਸ ਦੀ ਜ਼ਮੀਨਾਂ ਖਰੀਦੀਆਂ ਜਾਂਦੀਆਂ ਕਲੋਨੀਆਂ ਕੱਟਣ ਵਾਸਤੇ। ਇੱਕ ਕੈਪੀਟਲਿਸਟ ਆਉਂਦਾ, ਇੱਕ ਪੂੰਜੀਵਾਦੀ ਆਉਂਦਾ, ਉਹ ਜ਼ਮੀਨ ਖਰੀਦਦਾ, ਉਹਦੇ 'ਚੋਂ ਲੱਖਾਂ ਕਰੋੜਾਂ ਰੁਪਏ ਕਮਾ ਕੇ ਜਾਂਦਾ ਹੈ ਨਾ, ਅਰਬਾਂ ਰੁਪਏ ਕਮਾ ਜਾਂਦਾ। ਤੇ ਹੁਣ ਜੇ ਸਰਕਾਰ ਚਾਹਵੇ ਹੈ ਤਾਂ ਉਹ ਕੀ ਕਰ ਸਕਦੀ ਆ ਵੀ 2 ਜਾਂ 3 ਪਿੰਡਾਂ ਦਾ ਇੱਕ ਸੈਕਟਰ ਕੱਟਣਾ ਮੋਹਾਲੀ 'ਚ, ਠੀਕ ਹੈ ਜੀ, ਹੈ ਤਾਂ ਵੀ ਉਹਨਾਂ ਨੂੰ ਇਹ ਕਵੇ ਕਿ ਭਾਈ 1 ਕਿੱਲੇ ਦਾ ਭਾਈ 100 ਸ਼ੇਅਰ ਹੈ, ਲੈਂਡਲੈਸ ਲੇਬਰ ਦੇ 20 ਸ਼ੇਅਰ, ਫਲਾਣੇ ਦੇ 20 ਸ਼ੇਅਰ ਹੈ, ਤੇ ਅਸੀਂ ਤੁਹਾਨੂੰ ਸੈਕਟਰ ਕੱਟ ਕੇ ਦੇਵਾਂਗੇ, ਅਸੀਂ ਤੁਹਾਨੂੰ ਆਰਕੀਟੈਕਚਰਲ ਸਰਵਿਸ ਦੇਵਾਂਗੇ, ਅਸੀਂ ਤੁਹਾਨੂੰ ਲੈਂਡਸਕੇਪਿੰਗ ਸਰਵਿਸ ਦੇਵਾਂਗੇ, ਅਸੀਂ ਦੇਵਾਂਗੇ, ਸਾਡੇ ਚਾਰजेस ਤੁਸੀਂ ਸਾਨੂੰ ਦੇ ਦੇਣੇ ਆ ਤੇ ਪ੍ਰੋਫਿਟ ਅਸੀਂ ਪਿੰਡ ਨੂੰ ਦੇ ਦਾਂਗੇ, ਠੀਕ ਆ। ਤੇ ਵੀ ਹੋ ਸਕਦਾ ਕਿਹੜਾ ਜ਼ਿਮੀਂਦਾਰ ਆ, ਤੁਸੀਂ ਕਹਿ ਦੋਗੇ ਨਾ ਕਰੋਗੇ ਕਿ ਮੈਂ ਨਾ ਕਰੂੰਗਾ, ਉਹਦੇ ਨਾਲ ਬੜੇ ਐਡਵਾਂਟੇਜਸ ਆ। ਉਹਦੇ ਨਾਲ ਕਿਸੇ ਦੀ ਜੇ ਸੜਕ ਦੇ ਉੱਤੇ ਆ ਉਹ ਤੇ ਜਿਹਦੀ ਅੰਦਰ ਆ ਉਹਨਾਂ ਨੂੰ ਬਰਾਬਰ ਮਿਲ ਜੂਗਾ। ਲੈਂਡਲੈਸ ਲੇਬਰ ਜਿਹਦਾ ਵਿਚਾਰੇ ਦੀ ਜ਼ਮੀਨ ਨਹੀਂ, ਉਹ ਵੀ ਤਾਂ ਜਾੜਾ ਹੈ ਨਾਲ, ਉਹਨੂੰ ਵੀ ਕੁਛ ਮਿਲ ਜੂ। ਜਿਹੜਾ ਤੁਹਾਡਾ ਪਾੜਾ ਪੈ ਜਾਂਦਾ ਹੈ ਸਮਾਜ ਦੇ ਅੰਦਰ ਕਿ ਵੀ ਅਮੀਰ ਇੱਕ ਜਿਹਦਾ ਜ਼ਮੀਨ ਆ ਉਹ ਖਰੀਦ ਚਲਾ ਜਾਂਦਾ ਕਮਾ ਕੇ, ਦੂਜੇ ਨੂੰ ਨਹੀਂ ਮਿਲਦਾ, ਉਹਨੂੰ ਵੀ ਉਹ ਸਰਪਲਸ ਇਨਕਮ 'ਚੋਂ ਮਿਲ ਜੂ। ਤਾਂ ਕਈ ਫਾਇਦੇ ਹੋ ਸਕਦੇ ਆ। ਪਰ ਜਦੋਂ ਸਰਕਾਰਾਂ ਸੋਚਣ ਹੀ ਨਾ, ਜਦੋਂ ਹਕੂਮਤਾਂ 'ਚ ਬੈਠੇ ਲੋਕ ਸਿਰਫ ਇਹ ਸੋਚਣ ਕਿ ਮੈਂ CLU ਬਦਲਣ ਦਾ ਕਿੰਨੇ ਕੁ ਖਾਣੇ ਆ, ਮੈਂ ਕੀ ਲੈਣਾ, ਤਾਂ ਫਿਰ ਇਹ ਨਹੀਂ ਹੋ ਸਕਦਾ ਮੱਖੂ ਸਾਹਿਬ। ਇਹਦੇ ਵਾਸਤੇ ਲੋਕਾਂ ਤੋਂ ਦਬਾਅ ਬਣਨਾ ਚਾਹੀਦਾ। ਤੁਹਾਡੇ ਮੇਰੇ ਵਰਗੇ ਸਾਰੇ ਦਬਾਅ ਪਾਉਣ ਕਿ ਵੀ ਲੋਕਾਂ ਦਾ ਭਲਾ ਪਹਿਲਾਂ ਸੋਚੋਗੇ ਤਾਂ ਅੱਗੇ ਹੋਊਗਾ। ਇਹੀ ਬ੍ਰਿਤਾਂਤ ਆਪਾਂ ਸੈੱਟ ਕਰਨ ਨੂੰ ਇੱਥੇ ਬੈਠੇ ਹਾਂ, ਇਹੀ ਵਿਵੇਕ ਲਿਆਉਣ ਨੂੰ ਬੈਠੇ। ਬਹੁਤ ਬਹੁਤ ਸਰਦਾਰ ਅਜੈਪਾਲ ਸਿੰਘ ਜੀ, ਮਿਹਰਬਾਨੀ। ਬੜੇ ਸੁੰਦਰ ਢੰਗ ਦੇ ਨਾਲ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ। ਸੋ ਦਰਸ਼ਕੋ, ਮੈਂ ਜਾਣਕਾਰੀ ਦੇ ਦਿਆਂ, ਇਹ ਸਨ ਸਰਦਾਰ ਅਜੈਪਾਲ ਸਿੰਘ ਜੀ। ਸ਼ੰਭੂ ਬਾਰਡਰ ਮੋਰਚੇ ਤੇ ਅਸੀਂ ਪਹੁੰਚੇ ਹੋਏ ਹਾਂ। ਕਾਫੀ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਤੁਹਾਡੇ ਰੂਬਰੂ ਕਰਨ ਦਾ ਅੱਜ ਮੈਂ ਮਾਣ ਹਾਸਲ ਕਰਦਾ ਪਿਆ ਵਾਂ। ਜਦੋਂ ਗੱਲ ਕਿਸਾਨੀ ਦੀ ਚੱਲਦੀ ਹੈ ਤੇ ਬੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਕੱਲਾ ਮਾਮਲਾ MSP ਦਾ ਨਹੀਂ ਹੈ, ਮਾਮਲੇ ਇਸ ਤੋਂ ਅਗੇਤਰ ਹੋਰ ਬੜੇ ਜ਼ਿਆਦੇ ਨੇ। ਪੰਜਾਬ ਦਾ ਕਿਸਾਨ ਜੇ ਅੱਜ ਇਹ 3 ਬਿੱਲ ਵਾਪਸ ਵੀ ਹੋ ਜਾਂਦੇ ਨੇ, ਸਰਕਾਰ ਕਹਿ ਦਿੰਦੀ ਹੈ ਵੀ ਇਹਨਾਂ ਨੂੰ ਰੱਦ ਕੀਤਾ ਜਾਂਦਾ, ਤਾਂ ਵੀ ਪੰਜਾਬ ਦਾ ਕਿਸਾਨ ਨਹੀਂ ਬਚਦਾ। ਉਹਦਾ ਕਾਰਨ ਬੜਾ ਵੱਡਾ ਹੈ। ਜਦੋਂ ਬਿੱਲ ਨਹੀਂ ਸੀ ਆਏ ਉਦੋਂ ਵੀ ਕਿਸਾਨੀ ਜਿਹੜੀ ਮਰਦੀ ਪਈ ਸੀ, ਲੰਮੇ ਸਮੇਂ ਤੋਂ ਕਿਸਾਨੀ ਬਰਬਾਦ ਹੋ ਰਹੀ ਹੈ। ਸੋ ਇਸ ਸਾਰੇ ਮਾਮਲੇ ਤੇ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦਾ ਰਹਾਂਗਾ, ਅਨੇਕਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦਾ ਰਹਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।